ਨਾਲ ਦਿੱਲੀ ਤੋਂ ਚੱਲਦੇ ਨੇ ਤੇ ਲੁਧਿਆਣੇ ਪਹੁੰਚਦਿਆਂ ਗੱਡੀ ਦੇ ਵਿੱਚ ਹੀ ਕਿਤਾਬ ਲਿਖ ਦਿੰਦੇ ਨੇ। ਇਹ ਕੋਈ ਵੈਸੇ ਗੱਲ ਨਹੀਂ, ਇਹ ਇਹਨਾਂ ਦੀ ਕਿਤਾਬ ਆ ਸੱਚ ਦੀ ਸਿਆਸਤ। ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਬਾਰੇ ਜਦੋਂ ਇਹਨਾਂ ਨੇ ਸੋਚਣਾ ਸ਼ੁਰੂ ਕੀਤਾ, ਦਿੱਲੀ ਸੋਚਣਾ ਸ਼ੁਰੂ ਕੀਤਾ, ਚਲਦਿਆਂ ਨਾਲ ਇਹਨਾਂ ਦੇ ਸਾਡੇ ਕੱਲ ਜਿਹੜੇ ਵਕਤਾ ਸੀ ਜਫਰ ਜੀ ਸੀ, ਜਸਵੰਤ ਸਿੰਘ ਜਫਰ ਜੀ, ਉਹ ਇਹਨਾਂ ਦੇ ਨਾਲ ਸੀ। ਮੈਂ ਉਸ ਕਿਤਾਬ ਦੀ ਗੱਲ ਕਰ ਰਿਹਾ ਕਿ ਉਸ ਦਿੱਲੀ ਤੋਂ ਸ਼ੁਰੂ ਕੀਤਾ। ਸਵਰਨਜੀਤ ਸਵੀ ਜੀ ਨਾਲ ਸੀ। ਤੇ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਹੁੰਦੀ ਹੈ, ਇਤਿਹਾਸਕ ਬਿਰਤਾਂਤ ਨੂੰ ਲਿਖਣਾ, ਉਹ ਤੱਤ ਇਕੱਠੇ ਕਰਨੇ ਹੁੰਦੇ ਨੇ, ਪਰ ਟੈਕਸਟ ਦੇ ਵਿੱਚ ਮੈਟਾਫਰ ਨੂੰ ਸਮਝਣਾ ਇਹ ਵੱਡੀ ਅਪਰੋਚ ਹੈ। ਸੋ ਉਸ ਮੈਟਾਫਰ ਨੂੰ ਜਦੋਂ ਗਰੇਵਾਲ ਸਾਹਿਬ ਆਪਣੇ ਲਿਖਤਾਂ ਦੇ ਵਿੱਚ ਲਿਖਦੇ ਨੇ ਤਾਂ ਇੱਕ ਨਵਾਂ ਜਿਹੜਾ ਮਿਆਰ ਆ ਉਹ ਸਿਰਜਦੇ ਨੇ। ਇਸੇ ਕਾਰਨ ਹੀ ਅੱਜ ਅਸੀਂ ਗਰੇਵਾਲ ਸਾਹਿਬ ਨੂੰ ਆਪਣੇ ਵਿਚਕਾਰ ਸੱਦਾ ਦਿੱਤਾ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਉਹ ਸਾਨੂੰ ਆਪਣੀ ਜੋ ਪਹੁੰਚ ਵਿਧੀ ਹੈ, ਆਪਣੀ ਜੋ ਉਹਨਾਂ ਦੀ ਇੱਕ ਲੇਖਣੀ ਹੈ, ਉਹਦੇ ਬਾਰੇ ਦੱਸ ਸਕਣ। ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਦੋ ਵੱਡੇ ਕਾਰਜ ਕੀਤੇ ਗਏ। ਇੱਕ ਵੱਡਾ ਕਾਰਜ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੀ ਸਥਾਪਨਾ, ਤੇ ਦੂਸਰਾ ਵੱਡਾ ਕਾਰਜ ਸੀ ਕਰਤਾਰਪੁਰ ਦੇ ਕੋਰੀਡੋਰ ਦਾ ਉਦਘਾਟਨ ਕਰਨਾ। ਔਰ ਤੁਹਾਨੂੰ ਸਾਰਿਆਂ ਨੂੰ ਜਾਣ ਕੇ ਇੱਕ ਖੁਸ਼ੀ ਹੋਵੇਗੀ ਕਿ ਦੋਨਾਂ ਕਾਰਜਾਂ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਰੋਲ ਸੀ ਉਹ ਗਰੇਵਾਲ ਸਾਹਿਬ ਦਾ ਸੀ। ਕਰਤਾਰਪੁਰ ਦਾ ਕੋਰੀਡੋਰ ਦਾ ਜਿੰਨਾ ਵੀ ਪ੍ਰਬੰਧ, ਜੋ ਵੀ ਉਹਦੀ ਰੂਪਰੇਖਾ ਸੀ, ਉਹ ਗਰੇਵਾਲ ਸਾਹਿਬ ਲਗਾਤਾਰ ਉੱਥੇ ਡੇਰਾ ਬਾਬਾ ਨਾਨਕ ਬੈਠ ਕੇ ਕਰਦੇ ਰਹੇ। ਸੋ ਅੱਜ ਵੀ ਇਹ ਜੋ ਇਹਨਾਂ ਨਾਲ ਵਾਰਤਾਲਾਪ ਹੋਈ, ਇਹਨਾਂ ਨੇ ਵੀ ਇਹਨਾਂ ਦਾ ਇਹੀ ਸੀ ਕਿ ਜੇ ਅੱਜ ਮੈਂ ਜਿਹੜਾ ਇੱਕ ਲੈਕਚਰ ਦੇਵਾਂਗਾ, ਜਿਹੜੀ ਮੈਂ ਗੱਲ ਕਰਾਂਗਾ, ਉਹਦਾ ਜਿਹੜਾ ਮੁੱਖ ਮੁੱਦਾ ਉਹ ਇਹ ਹੈ ਕਿ ਮੈਸੇਜ ਆਫ ਕਰਤਾਰਪੁਰ ਸਾਹਿਬ। ਹੁਣ ਅਸੀਂ ਸਾਰੇ ਕਰਤਾਰਪੁਰ ਸਾਹਿਬ ਬਾਰੇ ਜਾਣਦੇ ਹਾਂ। ਕਰਤਾਰਪੁਰ ਸਾਹਿਬ ਸਾਡਾ ਸਿੱਖੀ ਦਾ ਕੇਂਦਰੀ ਧੁਰਾ। ਗੁਰੂ ਨਾਨਕ ਪਾਤਸ਼ਾਹ ਉੱਥੇ ਰਹੇ, ਉੱਥੇ ਉਹਨਾਂ ਨੇ ਕਿਰਤ ਕਰਨ ਦਾ ਸਾਨੂੰ ਸਿਧਾਂਤ ਦਿੱਤਾ, ਉੱਥੇ ਉਹਨਾਂ ਦਾ ਯਾਦਗਾਰ ਵੀ ਬਣੀ ਹੋਈ ਆ। ਸੋ ਅੱਜ ਅਸੀਂ ਉਹ ਸਾਰੀਆਂ ਗੱਲਾਂ ਆਪਾਂ ਗਰੇਵਾਲ ਸਾਹਿਬ ਤੋਂ ਸੁਣਾਂਗੇ। ਗਰੇਵਾਲ ਸਾਹਿਬ, ਮੈਂ ਤੁਹਾਡਾ ਸਵਾਗਤ ਕਰਦਾ। ਸਭ ਤੋਂ ਪਹਿਲਾਂ ਮੈਂ ਡੀਨ ਮੈਡਮ ਅਨੀਤਾ ਗਿੱਲ ਜੀ ਹੋਰਾਂ ਨੂੰ ਰਿਕੁਐਸਟ ਕਰਾਂਗਾ ਕਿ ਗਰੇਵਾਲ ਸਾਹਿਬ ਦਾ ਉਹ ਸਵਾਗਤ ਕਰਨ ਤੇ ਆਰੰਭਿਕ ਸ਼ਬਦ ਬੋਲਣ। ਮੈਂ ਡੀਨ ਮੈਮ। ਸੁਭਾਗੀ ਸਵੇਰ ਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਦੇ ਪਾਵਨ ਮੌਕੇ ਤੇ ਸਥਾਪਿਤ ਅਤੇ ਉਹਨਾਂ ਦੀ ਵਿਚਾਰਧਾਰਾ ਨੂੰ ਸਮਰਪਿਤ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੁਆਰਾ 7 ਰੋਜ਼ਾ ਲੈਕਚਰ ਸੀਰੀਜ਼ ਦੇ ਦੂਜੇ ਦਿਨ ਮੈਂ ਮਾਨਯੋਗ ਵਾਈਸ ਚਾਂਸਲਰ ਸਾਹਿਬ ਵੱਲੋਂ ਅਤੇ ਆਪਣੇ ਸਮੂਹ ਸਹਿਕਰਮੀਆਂ ਵੱਲੋਂ ਗਰੇਵਾਲ ਸਾਹਿਬ ਦਾ ਖਾਸ ਤੌਰ ਤੇ ਬਾਕੀ ਵੀ ਜਿਹੜੇ ਵਿਦਵਾਨ ਸਾਡੇ ਨਾਲ ਜੁੜੇ ਹੋਏ ਹਨ, ਉਹਨਾਂ ਦਾ ਸਭ ਦਾ ਸਵਾਗਤ ਕਰਦੀ ਹਾਂ। ਇਹ ਜਿਹੜਾ ਲੈਕਚਰ ਸੀਰੀਜ਼ ਅਸੀਂ ਸ਼ੁਰੂ ਕੀਤਾ ਹੈ, ਇਸ ਦਾ ਜੇ ਅਸੀਂ ਥੀਮ ਲਈਏ ਜਿਹੜਾ ਕਿ ਜਬ ਲਗ ਦੁਨੀਆ ਰਹੇ ਨਾਨਕਾ, ਕੁਝ ਸੁਣੀਏ ਕੁਝ ਕਰੀਏ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਉੱਤੇ ਚਿੰਤਨ ਕਰਨ, ਉਹਨਾਂ ਨੂੰ ਸਮਝਣ ਅਤੇ ਅਜੋਕੇ ਸਮੇਂ ਵਿੱਚ ਵੀ ਉਹਨਾਂ ਦੀ ਸਾਰਥਕਤਾ ਦੇਖਣ ਲਈ ਅਤੇ ਅਪਣਾਉਣ ਲਈ ਨੂੰ ਮੁੱਖ ਰੱਖ ਕੇ ਇਹ ਵਿਸ਼ਾ ਸਾਡੇ ਵੱਲੋਂ ਚੁਣਿਆ ਗਿਆ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਇਸ ਲੈਕਚਰ ਸੀਰੀਜ਼ ਦੇ ਸਾਡੇ ਉਪਰਾਲੇ ਵਿੱਚ ਉੱਘੇ ਵਿਦਵਾਨਾਂ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਹੈ। ਸੀਰੀਜ਼ ਦੇ ਪਹਿਲੇ ਦਿਨ ਸਾਹਿਤ ਚਿੰਤਕ ਸਰਦਾਰ ਜਸਵੰਤ ਸਿੰਘ ਜਫਰ ਜੀ ਸਾਡੇ ਨਾਲ ਜੁੜੇ ਹੋਏ ਸਨ ਤੇ ਅੱਜ ਮੈਂ ਸਵਾਗਤ ਕਰਦੀ ਹਾਂ ਪ੍ਰਸਿੱਧ ਚਿੰਤਕ, ਸਾਹਿਤ ਖੋਜਕਾਰ ਅਤੇ ਆਲੋਚਕ ਸਰਦਾਰ ਅਮਰਜੀਤ ਸਿੰਘ ਜੀ ਗਰੇਵਾਲ ਦਾ, ਜਿਨ੍ਹਾਂ ਦੀਆਂ ਰਚਨਾਵਾਂ ਮੈਂ, ਕਿਉਂਕਿ ਅਰਥ ਸ਼ਾਸਤਰੀ ਹਾਂ, ਮੈਂ ਖਿਮਾ ਪ੍ਰਾਰਥੀ ਹਾਂ, ਮੈਂ ਪੰਜਾਬੀ ਸਾਹਿਤ ਬਹੁਤ ਨਹੀਂ ਪੜ੍ਹਿਆ ਹੋਇਆ, ਪਰ ਇਹਨਾਂ ਦੀਆਂ ਰਚਨਾਵਾਂ ਦੇ ਸਿਰਲੇਖ ਤੋਂ ਹੀ ਸੱਚ ਦੀ ਸਿਆਸਤ, ਮੁਹੱਬਤ ਦੀ ਰਾਜਨੀਤੀ, ਅਰਥਾਂ ਦੀ ਰਾਜਨੀਤੀ ਤੋਂ ਮੈਨੂੰ ਇਹਨਾਂ ਦੇ ਚਿੰਤਕ ਸੁਭਾਅ ਬਾਰੇ ਕੁਝ ਆਈਡੀਆ ਹੋ ਗਿਆ, ਪਤਾ ਲੱਗ ਗਿਆ ਹੈ।
ਇਹਨਾਂ ਦੇ ਵਿਚਾਰਾਂ ਨੂੰ ਸੁਣਨ ਉਪਰੰਤ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਇੱਕ ਨਵੇਂ ਸਿਰੇ ਤੋਂ ਦੇਖਾਂਗੇ, ਸਮਝ ਸਕਾਂਗੇ। ਗਰੇਵਾਲ ਸਾਹਿਬ, ਆਪ ਜੀ ਦਾ ਬਹੁਤ ਧੰਨਵਾਦ ਹੈ। ਤੁਸੀਂ ਸਾਰਾ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਹੋਏ ਹੋ। ਮੈਂ ਤਹਿ ਦਿਲੋਂ ਸਾਰਿਆਂ ਵੱਲੋਂ ਤੁਹਾਡਾ ਨਿੱਘਾ ਸਵਾਗਤ ਕਰਦੀ ਹਾਂ। ਮੈਂ ਉਹਨਾਂ ਸਮੂਹ ਅਧਿਆਪਕ ਸਾਹਿਬਾਨ, ਵਿਦਿਆਰਥੀ, ਮੇਰੇ ਸਹਿਕਰਮੀ ਅਤੇ ਹੋਰ ਪਤਵੰਤੇ ਜਿਹੜੇ ਸਾਡੇ ਨਾਲ ਜੁੜੇ ਹੋਏ ਹਨ ਇਸ ਵੇਲੇ, ਉਹਨਾਂ ਦਾ ਵੀ ਸਵਾਗਤ ਕਰਦੀ ਹਾਂ। ਜ਼ਿਆਦਾ ਸਮਾਂ ਮੈਂ ਨਹੀਂ ਲਵਾਂਗੀ ਕਿਉਂਕਿ ਅਸੀਂ ਸਾਰੇ ਹੀ ਬਹੁਤ ਬੇਸਬਰੀ ਨਾਲ ਗਰੇਵਾਲ ਸਾਹਿਬ ਨੂੰ ਸੁਣਨ ਲਈ ਇੱਥੇ ਬੈਠੇ ਹੋਏ ਹਨ। ਧੰਨਵਾਦ ਗਰੇਵਾਲ ਸਾਹਿਬ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਥੈਂਕਸ ਮੈਮ। ਹੁਣ ਮੈਂ ਆਪਣਾ ਸਾਡੇ ਡਾਇਰੈਕਟਰ ਯੋਜਨਾ ਅਤੇ ਨਿਰੀਖਣ ਡਾਕਟਰ GS ਬੱਤਰਾ ਜੀ, ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਫਾਰਮਲ ਤੌਰ ਤੇ ਗਰੇਵਾਲ ਸਾਹਿਬ ਦਾ ਉਹ ਸਵਾਗਤ ਕਰਨ। ਡਾਕਟਰ ਬੱਤਰਾ ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮਾਨਯੋਗ ਵਾਈਸ ਚਾਂਸਲਰ ਪ੍ਰੋਫੈਸਰ ਕਰਮਜੀਤ ਸਿੰਘ ਜੀ, ਡੀਨ ਅਕੈਡਮਿਕ ਮਾਮਲੇ ਡਾਕਟਰ ਨੀਤਾ ਗਿੱਲ, ਰਜਿਸਟਰਾਰ ਡਾਕਟਰ ਧਰਮ ਸਿੰਘ ਸੰਧੂ, ਅੱਜ ਦੇ ਪ੍ਰਮੁੱਖ ਵਕਤਾ ਸਰਦਾਰ ਅਮਰਜੀਤ ਸਿੰਘ ਗਰੇਵਾਲ, ਨੋਟਿਡ ਸਕਾਲਰ ਪਾਰ ਐਕਸਲੈਂਸ, ਸਲਾਹਕਾਰ ਕਮੇਟੀ ਦੇ ਮੈਂਬਰ ਸਾਹਿਬਾਨ ਡਾਕਟਰ ਲਖਵਿੰਦਰ ਸਿੰਘ ਬੇਦੀ, ਡਾਕਟਰ ਸਤਿੰਦਰਪਾਲ, ਡਾਕਟਰ ਗੁਰਲੀਨ ਅਲੂਵਾਲੀਆ, ਸੈਕਟਰੀ ਟੂ ਵਾਈਸ ਚਾਂਸਲਰ ਕੁਲਦੀਪ ਚੰਦ ਗੁਪਤਾ ਜੀ, ਡਾਕਟਰ ਰੋਹਿਤ ਕੁਮਾਰ ਤੇ ਮੰਚ ਸੰਚਾਲਕ ਡਾਕਟਰ ਸੁਖਦੇਵ ਸਿੰਘ ਜੀ, ਫੈਕਲਟੀ ਦੇ ਮੈਂਬਰ ਸਾਹਿਬਾਨ, ਸਟਾਫ ਮੈਂਬਰਸ, ਵੱਖ-ਵੱਖ ਲਰਨਰ ਸਪੋਰਟਸ ਸੈਂਟਰ ਤੇ ਹੋਰ ਕਾਲਜਾਂ ਤੋਂ ਜੁੜੇ ਸਾਰੇ ਮੈਂਬਰ ਸਾਹਿਬਾਨ, ਮੈਂ ਆਪ ਸਭ ਦਾ ਅੱਜ ਇਹ 552 ਪ੍ਰਕਾਸ਼ ਪੁਰਬ ਜੋ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਜਾ ਰਿਹਾ ਹੈ, ਇਸ ਮੌਕੇ ਤੇ ਮੈਂ ਆਪ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਇਹ 7 ਦਿਨਾਂ ਦੀ ਲੈਕਚਰ ਸੀਰੀਜ਼ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਸੀਰੀਜ਼ ਨੂੰ ਆਰਗੇਨਾਈਜ਼ ਕਰਨ ਦਾ ਸਿਹਰਾ ਸਾਡੇ ਮਾਨਯੋਗ ਵਾਈਸ ਚਾਂਸਲਰ ਪ੍ਰੋਫੈਸਰ ਕਰਮਜੀਤ ਸਿੰਘ ਜੀ ਨੂੰ ਜਾਂਦਾ ਹੈ। ਉਹਨਾਂ ਦੀ ਰਹਿਨੁਮਾਈ ਹੇਠ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਮੈਨੂੰ ਬੜੀ ਖੁਸ਼ੀ ਹੈ ਕਿ ਸਾਡਾ ਸਾਰਾ ਸਟਾਫ ਇਸ ਵਿੱਚ ਤਨਦੇਹੀ ਨਾਲ ਇਸ ਸੀਰੀਜ਼ ਨੂੰ ਸਕਸੈਸਫੁਲ ਬਣਾਉਣ ਦੇ ਵਿੱਚ ਕੰਮ ਕਰ ਰਿਹਾ ਹੈ। ਮੈਨੂੰ ਬੜੀ ਖੁਸ਼ੀ ਹੈ ਕਿ ਨੋਟਿਡ ਸਕਾਲਰ ਸਰਦਾਰ ਅਮਰਜੀਤ ਸਿੰਘ ਗਰੇਵਾਲ ਸਾਡੇ ਨਾਲ ਜੁੜੇ ਹਨ। ਉਹਨਾਂ ਦਾ ਇਸ ਲੈਕਚਰ ਰਾਹੀਂ ਜੋ ਸਮਾਂ ਉਹਨਾਂ ਨੇ ਕੱਢਿਆ ਹੈ, ਮੈਂ ਉਸ ਲਈ ਉਹਨਾਂ ਦਾ ਜੀ ਆਇਆਂ ਕਹਿੰਦੇ ਹੋਏ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਇਸ ਲੈਕਚਰ ਸੀਰੀਜ਼ ਦੁਆਰਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫੇ, ਉਹਨਾਂ ਦੇ ਬਾਣੀ ਹੈ ਅਤੇ ਹੋਰ ਪਹਿਲੂ ਹਨ ਜੋ ਉਹਨਾਂ ਦੇ ਲਾਈਫ ਸਕੈਚ ਹੈ, ਸਾਨੂੰ ਉਸ ਨੂੰ ਸਮਝਣ ਦੇ ਵਿੱਚ ਹੋਰ ਮਦਦ ਮਿਲੇਗੀ। ਤੇ ਇਸ ਦੇ ਵਿੱਚ ਬਹੁਤ ਚੰਗੇ ਸਪੀਕਰਸ ਬੁਲਾਏ ਗਏ ਹਨ, ਬੜੇ ਕੇਅਰਫੁਲੀ ਸਿਲੈਕਸ਼ਨ ਕੀਤੀ ਗਈ ਹੈ। ਤੇ ਇਸ ਮੌਕੇ ਤੇ ਮੈਂ ਆਪ ਸਭ ਨੂੰ ਜੀ ਆਇਆਂ ਕਹਿੰਦਾ ਹਾਂ ਤੇ ਮੁਬਾਰਕਬਾਦ ਦਿੰਦਾ ਹਾਂ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਨ ਜਗ ਚਾਨਣ ਹੋਆ। ਗੁਰੂ ਨਾਨਕ ਦੇਵ ਜੀ ਦਾ ਸੰਸਾਰ ਆਗਮਨ ਵਿਸ਼ਵ ਦੇ ਧਾਰਮਿਕ ਇਤਿਹਾਸ ਵਿੱਚ ਇੱਕ ਬਹੁਤ ਵੱਡੀ ਘਟਨਾ ਗਿਣੀ ਜਾਂਦੀ ਹੈ, ਕਿਉਂਕਿ ਇਸ ਮਹਾਨ ਜੋਤ ਤੇ ਸੰਸਾਰ ਨੂੰ ਜਿਨ੍ਹਾਂ ਸਿਧਾਂਤਾਂ ਤੇ ਸਿੱਖਿਆਵਾਂ ਦੀ ਬਖਸ਼ਿਸ਼ ਕੀਤੀ, ਉਹ ਸਮੁੱਚੇ ਇਨਸਾਨੀ ਭਾਈਚਾਰੇ ਦੇ ਸੰਪੂਰਨ ਕਲਿਆਣ ਨਾਲ ਸੰਬੰਧਿਤ ਹਨ ਅਤੇ ਕਿਸੇ ਇੱਕ ਫਿਰਕੇ ਜਾਂ ਇੱਕ ਜਾਤ ਜਾਂ ਇੱਕ ਬਰਾਦਰੀ ਨਾਲ ਸੰਬੰਧਿਤ ਨਹੀਂ ਹਨ। ਗੁਰੂ ਸਾਹਿਬ ਨੇ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦੀਆਂ ਕਦਰਾਂ ਕੀਮਤਾਂ ਦਿੱਤੀਆਂ, ਜਿਹੜੇ ਕਿ ਸਾਡੇ ਜੀਵਨ ਦਾ ਮਾਰਗਦਰਸ਼ਕ ਹਨ। ਗੁਰੂ ਸਾਹਿਬ ਨੇ ਜਿਸ ਵੇਲੇ ਪ੍ਰਕਾਸ਼ ਧਾਰਿਆ, ਅਵਤਾਰ ਧਾਰਿਆ ਅਤੇ ਅਸੀਂ ਪ੍ਰਕਾਸ਼ ਪੁਰਬ ਹੁਣ ਉਹਨਾਂ ਦਾ ਮਨਾ ਰਹੇ ਹਾਂ, ਉਸ ਵੇਲੇ ਧਰਮ ਦਾ ਮੂਲ ਖੰਭ ਲਾ ਕੇ ਉੱਠ ਚੁੱਕਾ ਸੀ। ਕਲ ਕਾਤੀ ਰਾਜੇ ਕਸਾਈ ਧਰਮ ਅੰਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਹੀਂ ਕਹਿ ਚੜਿਆ। ਉਸ ਵੇਲੇ ਬਹੁਤ ਸਾਰੀਆਂ ਇਨਇਕੁਐਲਿਟੀ ਸਨ। ਗੁਰੂ ਜੀ ਨੇ ਮਾਇਆ ਪ੍ਰਾਪਤੀ ਦੇ ਅਮਲ ਵਿੱਚ ਲੁੱਟ ਖਸੁੱਟ ਤੇ ਦੂਜੇ ਦੇਸ਼ਾਂ ਨੂੰ ਹੜਪ ਕਰਨ ਤੋਂ ਦੂਰ ਰਹਿਣ ਲਈ ਸਖਤ ਤਾਕੀਦ ਕਰਦਿਆਂ ਹੋਇਆ ਫਰਮਾਇਆ, ਹੱਕ ਪਰਾਇਆ ਨਾਨਕਾ ਉਸ ਸੂਰ ਉਸਕਾਏ, ਗੁਰਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ। ਗੁਰੂ ਸਾਹਿਬ ਦੀ ਨਜ਼ਰਾਂ ਵਿੱਚ ਦੇ ਸਮਾਜ ਦੇ ਵਿੱਚ ਮਹਿਲਾ ਵਰਗ ਨਾਲ ਜੋ ਬੇਇਨਸਾਫੀ ਹੋ ਰਹੀ ਸੀ ਤੇ ਉਸ ਬਾਰੇ ਉਹਨਾਂ ਨੇ ਆਵਾਜ਼ ਬੁਲੰਦ ਕੀਤੀ, ਵਿਮਨ ਐਮਪਾਵਰਮੈਂਟ ਤੇ ਜ਼ੋਰ ਦਿੱਤਾ, ਕਿਉਂਕਿ ਜੇ ਮਹਿਲਾ ਵਰਗ ਜੋ ਹੈ ਕੁਰਬਾਨੀਆਂ ਦਾ ਭੰਡਾਰ ਹੈ ਅਤੇ ਅਸੀਸਾਂ ਦਾ ਸਰਚਸ਼ਮਾ ਹੈ। ਗੁਰੂ ਸਾਹਿਬ ਨੇ ਔਰਤ ਦੇ ਹੱਕ ਵਿੱਚ ਫਰਮਾਇਆ ਅਤੇ ਗੁਰੂ ਨਾਨਕ ਦੇਵ ਜੀ ਨੇ ਉਸ ਤੋਂ ਬਾਅਦ ਆਉਣ ਵਾਲੀਆਂ ਜੋਤਾਂ ਨੇ ਗੁਰੂ ਸਾਹਿਬ ਦੀ ਜਿਹੜੀ ਹੈ ਫਲਸਫਾ ਸੀ, ਉਸਨੂੰ ਪੂਰਾ ਮਾਣ ਤੇ ਸਤਿਕਾਰ ਤੇ ਇੱਜ਼ਤ ਦਿੱਤੀ। ਗੁਰੂ ਸਾਹਿਬ ਨੇ
ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਲੇ ਅਕਾਲ ਪੁਰਖ ਨੂੰ ਪ੍ਰਾਪਤ ਕਰਨ ਲਈ ਸੱਚਾ ਸੁੱਚਾ ਵਿਹਾਰ ਹੋਣਾ ਅਤੀ ਜ਼ਰੂਰੀ ਹੈ। ਸੱਚ ਦਾ ਮੇਲ ਸੱਚ ਨਾਲ ਹੀ ਹੋ ਸਕਦਾ ਹੈ। ਸੁੱਚੇ ਭਾਂਡੇ ਵਿੱਚ ਹੀ ਸੁੱਚੀ ਵਸਤ ਸਮਾ ਸਕਦੀ ਹੈ। ਅਸਲੀਅਤ ਇਹ ਹੈ ਕਿ ਗੁਰੂ ਜੀ ਨੇ ਜੋ ਸੱਚ ਦਾ ਮਾਰਗ ਦੱਸਿਆ ਹੈ ਉਹ ਪ੍ਰੇਮ ਦਾ ਮਾਰਗ ਹੈ। ਆਚਾਰ ਵੀ ਸੱਚ, ਵਿਹਾਰ ਵੀ ਸੱਚ, ਸਦਾਚਾਰ ਵੀ ਸੱਚ, ਕਿਰਦਾਰ ਵੀ ਸੱਚ, ਇਨਸਾਫ ਵੀ ਸੱਚ, ਬੋਲਣ ਵੀ ਸੱਚ। ਭਾਵ ਇਹ ਕਿ ਸੱਚ ਤੋਂ ਬਿਨਾਂ ਸਭ ਕਾਰਜ ਫੁਕਟ ਤੇ ਉਣੇ ਦੱਸੇ ਜਾਂਦੇ ਹਨ। ਉਹਨਾਂ ਨੇ ਸੱਚ ਬੋਲਣ ਤੇ ਸੱਚ ਤੇ ਆਧਾਰਿਤ ਜੀਵਨ ਜੀਣ ਦੀ ਪਿਰਤ, ਸੱਚ ਵਿੱਚ ਜੀਵਨ ਬਤੀਤ ਕਰਨ ਦੀ ਪਿਰਤ ਸਾਨੂੰ ਦੱਸੀ। ਇਸ ਮੌਕੇ ਤੇ ਮੈਂ ਇੱਕ ਵਾਰੀ ਫਿਰ ਆਪ ਜੀ ਨੂੰ ਜੀ ਆਇਆਂ ਕਹਿੰਦਾ ਹਾਂ ਤੇ ਮੈਂ ਇੱਥੇ ਆਪਣੇ ਜਿਹੜੇ ਲੈਕਚਰ ਹੈ ਇਸ ਨੂੰ ਵਿਰਾਮ ਦਿੰਦਾ ਹਾਂ ਤੇ ਹੁਣ ਮੈਂ ਪ੍ਰੋਫੈਸਰ ਸੁਖਦੇਵ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਉਹ ਅੱਗੇ ਪ੍ਰੋਗਰਾਮ ਲਾਉਣ। ਥੈਂਕ ਯੂ। ਥੈਂਕਸ ਡਾਕਟਰ ਬਤਰਾ ਜੀ। ਹੁਣ ਮੈਂ ਸੱਦਾ ਦੇਵਾਂਗਾ। ਬੜਾ ਸੁੰਦਰ ਤੁਸੀਂ ਬਤਰਾ ਸਾਹਿਬ ਨੇ ਵੀ ਇੱਕ ਪੁਆਇੰਟ ਜਿਹੜਾ ਨੋਟ ਕੀਤਾ ਨੋਟਿਸ ਦੇ ਵਿੱਚ ਕਿ ਜਿਹੜਾ ਸੱਚ ਦਾ ਮਾਰਗ, ਤੇ ਮੈਂ ਡਾਕਟਰ ਗਰੇਵਾਲ ਜੀ ਨੂੰ ਇਹ ਵੀ ਬੇਨਤੀ ਕਰਾਂਗਾ ਕਿ ਆਪਣੇ ਭਾਸ਼ਣ ਦੇ ਨਾਲ ਨਾਲ ਇਹ ਵੀ ਤੁਸੀਂ ਇਹ ਇਸ਼ੂ ਜਿਹੜਾ ਇਹ ਵੀ ਕਲੀਅਰ ਕਰਨਾ ਕਿ ਗੁਰੂ ਨਾਨਕ ਪਾਤਸ਼ਾਹ ਦਾ ਸੱਚ ਤੋਂ ਸੱਤ ਤੱਕ ਦਾ ਜਿਹੜਾ ਮਾਰਗ ਹੈ ਉਹ ਇਸ ਤੋਂ ਵੀ ਇੰਪੋਰਟੈਂਟ ਆ ਉਹ। ਸੋ ਅਸੀਂ ਚਾਹਾਂਗੇ ਕਿ ਅਸੀਂ ਤੁਹਾਡੇ ਤੋਂ ਇਹ ਸਾਰੇ ਜਿਹੜੇ ਵੱਡੇ ਇਸ਼ੂ ਨੇ ਤਾਂ ਕਿ ਅਸੀਂ ਸਾਰੇ ਉਹਨਾਂ ਬਾਰੇ ਅਸੀਂ ਜਾਣ ਸਕੀਏ। ਸੋ ਹੁਣ ਮੈਂ ਡਾਕਟਰ ਗਰੇਵਾਲ ਜੀ ਨੂੰ ਬੇਨਤੀ ਕਰਾਂਗਾ ਕਿ ਆਪਣੇ ਕੀਮਤੀ ਵਿਚਾਰ ਜਿਹੜੇ ਨੇ ਸਾਨੂੰ ਸਰਵਨ ਕਰਾਉਣ। ਡਾਕਟਰ ਅਮਰਜੀਤ ਸਿੰਘ ਗਰੇਵਾਲ। ਡਾਕਟਰ ਸਾਹਿਬ ਅਨਮਿਊਟ ਕਰ ਲਿਓ, ਅਨਮਿਊਟ ਕਰ। ਧੰਨਵਾਦ ਡਾਕਟਰ ਸੁਖਦੇਵ ਸਿੰਘ, ਡਾਕਟਰ ਗਿੱਲ, ਡਾਕਟਰ ਬਤਰਾ ਜੀ ਤੇ ਜਿੰਨੇ ਵੀ ਇਸ ਵਿਚਾਰ ਚਰਚਾ 'ਚ ਸ਼ਾਮਲ ਹੋ ਰਹੇ ਨੇ ਮੇਰੇ ਨਾਲ, ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਖਾਸ ਤੌਰ ਤੇ ਡਾਕਟਰ ਕਰਮਜੀਤ ਹੋਣਾ ਦਾ ਤੇ ਆਪਣੇ ਬਹੁਤ ਪਿਆਰੇ ਦੋਸਤ ਧਰਮ ਸਿੰਘ ਹੋਣਾ ਦਾ। ਜਦੋਂ ਕੱਲ ਸੁਖਦੇਵ ਹੋਣਾ ਨੇ ਮੇਰੇ ਨਾਲ ਗੱਲ ਕੀਤੀ ਕਿ ਮੈਂ ਕਿਸ ਵਿਸ਼ੇ ਤੇ ਬੋਲਾਂਗਾ, ਤਾਂ ਜੋ ਵਿਸ਼ਾ ਮੇਰੇ ਇਮੀਡੀਏਟਲੀ ਮਨ ਦੇ ਵਿੱਚ ਆਇਆ ਉਹ ਇਹ ਸੀ ਕਿ ਗੁਰੂ ਨਾਨਕ ਦੀ ਪ੍ਰਸੰਗਿਕਤਾ 21ਵੀਂ ਸਦੀ ਲਈ ਕੀ ਹੋ ਸਕਦੀ ਹੈ, ਜਾਂ 21ਵੀਂ ਸਦੀ ਦੀਆਂ ਜਿਹੜੇ ਇਸ਼ੂਜ਼ ਨੇ, ਪ੍ਰੋਬਲਮਸ ਨੇ, ਚੈਲੰਜਸ ਨੇ, ਉਹਨਾਂ ਦੇ ਸਮਾਧਾਨ ਲਈ ਅਸੀਂ ਗੁਰੂ ਨਾਨਕ ਸਾਹਿਬ ਤੋਂ ਕੀ ਸੇਧ ਪ੍ਰਾਪਤ ਕਰ ਸਕਦੇ ਹਾਂ। ਇਹ ਮੇਰੇ ਮਨ ਦੇ ਵਿੱਚ ਸੀ ਉਸ ਵੇਲੇ। ਟੈਲੀਫੋਨ ਦੀ ਗੱਲਬਾਤ ਬੰਦ ਹੋਈ ਤਾਂ ਮੈਂ ਦੁਬਾਰਾ ਉਹਨਾਂ ਨੂੰ ਕਾਲ ਕੀਤਾ ਕਿ ਪ੍ਰਸੰਗਿਕਤਾ ਸ਼ਬਦ ਸ਼ਾਇਦ ਮੈਨੂੰ ਉਹਨਾਂ ਨਹੀਂ ਠੀਕ ਲੱਗਿਆ, ਤੇ ਦੂਸਰਾ ਇਮੀਡੀਏਟਲੀ ਮੇਰੇ ਮਨ 'ਚ ਆਇਆ ਕਿ ਅਸੀਂ 450 ਸਾਲਾ ਜਿਹੜਾ ਪੁਰਬ ਆ ਉਹ ਮਨਾ ਕੇ ਹਟੇ ਹਾਂ, ਤਾਂ ਕਿਉਂ ਨਾ ਕਰਤਾਰਪੁਰ ਕੋਰੀਡੋਰ ਓਪਨ ਹੋਇਆ, ਕਿਉਂ ਨਾ ਕਰਤਾਰਪੁਰ ਬਾਰੇ, ਕਰਤਾਰਪੁਰ ਦਾ ਕੀ ਸੰਦੇਸ਼ ਆ, ਕੀ ਮੈਸੇਜ ਆ ਕਰਤਾਰਪੁਰ ਦਾ, ਇਸ ਵਿਸ਼ੇ ਤੇ ਗੱਲਬਾਤ ਕੀਤੀ ਜਾਵੇ, ਕੁਝ ਸੁਣਿਆ ਤੇ ਕੁਝ ਦੱਸਿਆ ਜਾਵੇ, ਕਿਹਾ ਜਾਵੇ। ਡਾਕਟਰ ਸੁਖਦੇਵ ਹੋਣਾ ਨੇ ਬਿਲਕੁਲ ਇਹ ਗੱਲ ਕੀਤੀ ਕਿ 450 ਸਾਲਾ ਜਦੋਂ ਇਹ ਓਪਨ ਹੋਣਾ ਸੀ, ਕੋਰੀਡੋਰ ਓਪਨ ਹੋਣਾ ਸੀ, ਉਹਦੇ ਵਿੱਚ ਮੇਰੀ ਵੀ ਸੇਵਾ ਕਿਸੇ ਹੱਦ ਤੱਕ ਸ਼ਾਮਲ ਸੀ। 2-2.5 ਮਹੀਨੇ ਪਹਿਲਾਂ ਸੁਰਜੀਤ ਪਾਤਰ ਮੇਰੇ ਕੋਲ ਇੱਕ ਮੈਸੇਜ ਲੈ ਕੇ ਆਏ ਕਿ ਤੂੰ ਮੇਰੇ ਨਾਲ ਚੰਡੀਗੜ੍ਹ ਚੱਲ। ਅਸੀਂ CM ਹਾਊਸ ਗਏ ਤੇ ਸਾਨੂੰ ਲੈ ਕੇ ਗਏ ਰੰਧਾਵਾ ਸਾਹਿਬ, ਜਿਹੜੇ ਅੱਜ ਕੱਲ ਡਿਪਟੀ CM ਨੇ। ਇਹ ਮੈਂ ਇਸ ਕਰਕੇ ਦੱਸ ਰਿਹਾ ਕਿ ਇਸ ਕੋਰੀਡੋਰ ਦੇ ਓਪਨ ਹੋਣ ਦੇ ਵਿੱਚ ਜਿੰਨਾ ਰੋਲ ਰੰਧਾਵਾ ਸਾਹਿਬ ਦਾ, ਸੁਖਜਿੰਦਰ ਸਿੰਘ ਰੰਧਾਵਾ ਦਾ ਹੈ, ਸ਼ਾਇਦ ਉਹਨਾਂ ਦੀ
इस इन्नी अणथक मेहनत तो बिना शायद यह गल संभव ना हो पाती, क्योंकि जिस दिन असीं उत्थे गए, उत्थे असीं 3 जाने गए, सुरजीत पात्र, स्वरनजीत सवी ते मैं। असीं देखिया कि पाकिस्तान वाले पासे उन्हां दी जिहड़ी बिल्डिंग सी, जिहड़ा चैक पोस्ट सी, उहदे ते छत पै चुकी सी, ते साडे वाले पासे हाले बोर्ड लग्या हुआ सी सिर्फ कि इत्थे इंटैग्रेटेड चैक पोस्ट बनेगा। खैर बहुत कुछ होया ते साडा जिहड़ा सारा प्रोग्राम सी सारा उदों तक पूरी तरह नेपरे चढ़ गया सी जिस दिन यह इनॉग्रेट होना सी। ते जिस दिन असीं उत्थे गए सीएम हाउस च, उस दिन ही ये विचार बनिया कि गुरु नानक साहब दे नां दे उत्ते एक यूनिवर्सिटी स्थापित की जाए पटियाले दे विच, ते जिहड़ी ओपन यूनिवर्सिटी होवेगी। सीएम साहब का उस वेले कहना सी कि ताकि दुनिया भर दे विच जिहड़े बैठे हुए पंजाबी ने जां ओह जो गुरु नानक साहब बारे जानकारी हासिल करना चाहुंदे ने ते उन्हां नूं इह प्राप्त हो सके। चलो खैर मेरी इहदे विच कंट्रीब्यूशन इन्नी की सी, जदों कैबिनेट की मीटिंग चल रही सी, मैं मैसेज किया कि इस यूनिवर्सिटी का नाम गुरु नानक नहीं जगत गुरु नानक रखा जाए, तो उन्होंने मान लिया तो मैनू भी अच्छा लग्या। जदों जगत गुरु नानक का नाम आउंदा तां अच्छा लगता। खैर सो अज का जिहड़ा विषय है वह है करतारपुर का संदेश। प्रोफैसर बत्रा हुणां ने गल की कि करतारपुर का जिहड़ा संदेश आ उहदे विच प्रमुख तौर ते किरत करना, नाम जपना ते वंड छकना है। मैं जे अपने सारे जिहड़ा अज मैं जो कुछ भी बोलन जा रहा, जे मैं उहनूं एक सेंटेंस दे विच कहना होवे कि मेरे सेंटेंस का, मेरे इस लैक्चर का की थीम होएगा जां उह लैक्चर की होएगा, ये समझ लो कि इस एक सेंटेंस तो बाद मैं सिर्फ इस सेंटेंस की व्याख्या ही करांगा, इहदे विच कुछ ऐड नहीं करांगा। वो है किरत करन, नाम जपन अते वंड छकन उपरंत उपर आधारित ओपन अते इनकलूसिव लर्निंग सोसाइटी का निर्माण करना गुरु नानक साहब दे दा मिशन सी, जिहड़ा करतारपुर मिशन सी। मैनूं रिपीट करना, किरत करन, नाम जपन अते वंड के छकन उपर आधारित ओपन अते इनकलूसिव लर्निंग सोसाइटी का निर्माण करना गुरु नानक साहब का करतारपुर मिशन सी। सो इस गल नूं हुण आपां सारी गल नूं इहदी व्याख्या करने की कोशिश करांगे। मैं अपनी गल शुरू करांगा 1962 तो। 1962 दे विच मैनूं 2 चीज़ां इंपॉर्टेंट लगियां, क्योंकि पंजाब दे विच रहन करके, पंजाब नूं बिलोंग करदा होण करके मेरे लिए पंजाब एग्रीकल्चर यूनिवर्सिटी लुधियाना की स्थापना बहुत महत्व रखती है। मेरे लिए नहीं, पंजाब समुचे पंजाब लिए। 1962 दे विच पंजाब एग्रीकल्चर यूनिवर्सिटी की स्थापना हुई, जिस दे आधार ते असीं कह सकते हैं कि अगे पंजाब दे विच जिहड़ी ग्रीन रेवोल्यूशन आ उहदा मुੱਢ पजदा। दूसरी जिहड़ी मैनूं उस वेले दी इंपॉर्टेंट गल लगदी आ वो है कैनथ जे एरो का 1962 दे विच छपिया होया दूसरा आर्टिकल, दूसरा पेपर लर्निंग बाय डूइंग। ये भी उसे साल मतलब होया, भावें प्रोफैसर एरो नूं जिहड़ा नोबल प्राइज़ आ वो 1972 दे विच मिलदा, पर यह पेपर आ जिहड़ा उस उन्हां दी सारी इस चीज़ का आधार बनदा वो 1962 दे विच लिखिया गया सी, लर्निंग बाय डूइंग। इन्हां दोनों चीज़ां दे विचाले एक बहुत ही डूंगा संबंध है। वो ये आ कि इस तो पहला ये समझा जाता सी कि 2 ही चीज़ां ने जिहड़ियां किसी भी सोसाइटी के विकास लई मूल रूप दे विच डिटरमिनिस्टिक हुंदियां ने, एक कैपिटल पूंजी ते दूसरी लेबर किरत। पर इन्हां ने, प्रोफैसर एरो ने उस वेले ये गल कही कि ये दोनों चीज़ां तो इलावा जिहड़ा ज्ञान आ
ਉਹਦਾ ਮਹੱਤਵ ਆ ਜਿਹੜਾ ਉਹ ਵੀ ਕਿਸੇ ਤਰ੍ਹਾਂ ਨਾਲ ਘੱਟ ਨਹੀਂ ਹੈ। ਭਾਵੇਂ ਇਹਨੂੰ ਉਹ ਜ਼ਿਆਦਾ ਤਾਂ ਨਹੀਂ ਦੇ ਸਕੇ, ਵਿਸਤਾਰ ਤਾਂ ਨਹੀਂ ਦੇ ਸਕੇ, ਪਰ ਉਹਨਾਂ ਦਾ ਇਹ ਜਿਹੜਾ ਪੇਪਰ ਆ ਇਹ ਅੱਗੇ ਆਉਣ ਵਾਲੇ ਸਿਧਾਂਤਾਂ ਦਾ ਮੁੱਢ ਵੱਜਿਆ ਇਹਦੇ ਨਾਲ, ਜਿਹਦੇ ਬਾਰੇ ਕੁਝ ਦੇਰ ਪਹਿਲਾਂ ਜੋਸਫ ਸਟਿਗਲਿਟਜ਼, ਜਿਨ੍ਹਾਂ ਨੂੰ ਮਤਲਬ 2001 ਚ ਨੋਬਲ ਪ੍ਰਾਈਜ਼ ਮਿਲਿਆ ਸੀ, ਉਹਨਾਂ ਨੇ ਮਤਲਬ ਉਹਨਾਂ ਦੇ ਮੈਂ ਕ੍ਰੀਏਟਿੰਗ ਏ ਨੌਲੇਜ ਸੁਸਾਇਟੀ ਦੇ ਵਿੱਚ ਦੇਖ ਰਿਹਾ ਸੀ ਕਿ more than 1000 ਲੋਕਾਂ ਨੇ, ਬਹੁਤ ਜਿਹੜੇ ਐਮੀਨੈਂਟ ਪਰਸਨਸ ਨੇ ਜਾਂ ਸਕਾਲਰਸ ਨੇ, ਉਹਨਾਂ ਨੇ ਇਸ ਪੇਪਰ ਨੂੰ ਕੋਟ ਕੀਤਾ, ਜਿਹਦੇ ਵਿੱਚ ਪ੍ਰਮੁੱਖ ਤੌਰ ਤੇ ਉਹਨਾਂ ਨੇ ਇਹੀ ਕਿਹਾ ਕਿ ਪ੍ਰੋਡਕਸ਼ਨ ਤੇ ਜਿਹੜੀ ਇਹਦੇ ਵਿੱਚ ਜਿਹੜੀ ਮੇਨ ਚੀਜ਼ ਹੈਗੀ ਆ ਉਹ ਗਿਆਨ ਹੀ ਹੈ, ਨੌਲੇਜ ਹੈ। ਜਿਵੇਂ ਅਸੀਂ ਜੋ ਦੇਖਣਾ ਹੋਵੇ ਐਗਰੀਕਲਚਰ ਯੂਨੀਵਰਸਿਟੀ ਦੇ ਨਾਲ ਜਦੋਂ ਮੈਂ ਰਿਲੇਟ ਕਰ ਰਿਹਾ ਸੀ, ਤਾਂ ਪਹਿਲਾਂ ਅਸੀਂ ਇਹ ਸਮਝਦੇ ਸੀ ਕਿ ਐਗਰੀਕਲਚਰ ਦੇ ਵਿੱਚ ਜਿਹੜੀ ਚੀਜ਼ ਰੈਵੋਲੂਸ਼ਨ ਲੈ ਕੇ ਆ ਰਹੀ ਹੈ ਸ਼ਾਇਦ ਉਹ ਮਸ਼ੀਨਰੀ ਹੈ ਜਾਂ ਉਹ ਇਨਪੁਟਸ ਨੇ ਜਿਹੜੀਆਂ ਅਸੀਂ ਯੂਜ਼ ਕਰਦੇ ਹਾਂ। ਪਰ ਬਾਅਦ ਦੇ ਵਿੱਚ ਹੌਲੀ ਹੌਲੀ ਅਹਿਸਾਸ ਹੋਇਆ ਕਿ ਇਦੋਂ ਵੀ ਵੱਧ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਉਹ ਹੈ ਕਿਸਾਨਾਂ ਦੇ ਵਿੱਚ ਪੈਦਾ ਹੋ ਰਿਹਾ ਗਿਆਨ, ਕਿ ਇਸ ਟੈਕਨੋਲੋਜੀ ਨੂੰ ਕਿਵੇਂ ਅਪਲਾਈ ਕਰਨਾ। ਸੋ ਮਤਲਬ ਇੱਥੋਂ ਇਸ ਚੀਜ਼ ਦਾ ਮੁੱਢ ਬਣਦਾ ਵੱਜਦਾ ਉਹਨਾਂ ਦੇ ਨੋਬਲ ਪ੍ਰਾਈਜ਼ ਤੋਂ ਬਾਅਦ। ਫਿਰ ਮੈਂ ਦੇਖਿਆ ਕਿ ਦੂਸਰੀ ਇੰਪੋਰਟੈਂਟ ਗੱਲ ਇਸੇ ਦੇ ਵਿੱਚ ਜਿਹੜੀ ਆਉਂਦੀ ਆ ਉਹ ਆਉਂਦੀ ਆ ਪੌਲ ਰੋਮਰ ਦੀ। ਪੌਲ ਰੋਮਰ ਨੇ 1999 ਦੇ ਵਿੱਚ ਆਪਣਾ ਜਿਹੜਾ ਪੇਪਰ ਸੀ ਲਿਖਿਆ ਐਂਡੋਜੀਨਸ ਟੈਕਨੋਲੋਜੀਕਲ ਚੇਂਜ। ਉਹਦੇ ਵਿੱਚ ਉਹਨਾਂ ਨੇ ਗੱਲ ਕਹੀ ਕਿ ਜਿਹੜੀ ਟੈਕਨੋਲੋਜੀ ਆ ਇਹਨੂੰ ਬਾਹਰ ਨਹੀਂ ਰੱਖਿਆ ਜਾ ਸਕਦਾ। ਜਿਹੜਾ ਪ੍ਰੋਗਰੈਸ ਦਾ ਜਿਹੜਾ ਡਿਸਕੋਰਸ ਆ ਇਹ ਉਹਦਾ ਪਾਰਟ ਆ। ਉਹ ਪਹਿਲਾਂ ਇਹਨੂੰ ਅਸੀਂ ਐਕਸੋਜੀਨਸ ਕਹਿੰਦੇ ਰਹੇ ਹੁਣ ਤੱਕ, ਪਰ ਉਹਨਾਂ ਨੇ ਪਹਿਲੀ ਵਾਰ ਇਹਨੂੰ ਐਂਡੋਜੀਨਸ ਦੇ ਤੌਰ ਤੇ ਲਿਆ ਕਿ ਹਾਂ ਇਹ ਉਹਦੇ ਅੰਦਰ ਆ, ਉਹਦੇ ਬਾਹਰ ਨਹੀਂ ਹੈ। ਇਸੇ ਦੇ ਬੇਸਿਸ ਦੇ ਉੱਤੇ ਮਤਲਬ 2018 ਦੇ ਵਿੱਚ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਦਾ। ਫਿਰ ਮੈਨੂੰ ਇੰਪੋਰਟੈਂਟ ਗੱਲ ਲੱਗੀ ਕਿ ਜੋਸਫ ਸਟਿਗਲਿਟਜ਼ ਨੇ ਇਹਦੇ ਬੇਸਿਸ ਦੇ ਉੱਤੇ ਇਹਨਾਂ ਨੂੰ 2015 ਦੇ ਵਿੱਚ ਨੋਬਲ ਪ੍ਰਾਈਜ਼ ਮਿਲਦਾ। ਇਹ ਕਹਿੰਦੇ ਆ ਕਿ ਜਿਹੜੀ ਨੌਲੇਜ ਆ ਉਹ ਉਦੋਂ ਹੀ ਮਤਲਬ ਪੂਰੀ ਤਰ੍ਹਾਂ ਨਾਲ ਵਿਕਾਸ ਦੇ ਵਿੱਚ ਰੋਲ ਪਲੇ ਕਰ ਸਕੇਗੀ ਜਦੋਂ ਤੁਹਾਡੀ ਜਿਹੜੀ ਸਾਰੀ ਦੀ ਸਾਰੀ ਸੁਸਾਇਟੀ ਆ ਉਹ ਹੀ ਲਰਨਿੰਗ ਸੁਸਾਇਟੀ ਦੇ ਵਿੱਚ ਟ੍ਰਾਂਸਲੇਟ ਹੋ ਜਾਂਦੀ ਹੈ। ਸੋ ਇਹ ਤਿੰਨ ਤੇ ਚੌਥਾ ਮੈਨੂੰ ਜਿਹੜੀ ਇਹਦੇ ਵਿੱਚ ਇੰਪੋਰਟੈਂਟ ਬੰਦਾ ਲੱਗਦਾ ਉਹ ਲੱਗਦਾ ਪੀਟਰ ਡਰੰਕਰ। ਮਤਲਬ ਬੜੇ ਵੱਡੇ ਥਿੰਕਰ ਨੇ। ਉਹਨਾਂ ਨੇ ਇਹ ਗੱਲ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਕਿ ਜਿਵੇਂ ਪਹਿਲਾਂ ਅਸੀਂ ਇਹ ਸਮਝਦੇ ਸੀਗੇ ਕਿ ਜਿਹੜਾ ਪ੍ਰੋਲੇਟੇਰੀਏਟ ਆ ਇਹ ਏਜੰਟ ਆ ਚੇਂਜ ਦਾ, ਜਿੰਨੀ ਵੀ ਸੋਸ਼ਲ ਚੇਂਜ ਆ ਉਹਦੇ ਵਿੱਚ ਪ੍ਰੋਲੇਟੇਰੀਏਟ ਦਾ ਬਹੁਤ ਵੱਡਾ ਰੋਲ ਆ। ਪਰ ਪੀਟਰ ਡਰੰਕਰ ਨੇ ਇਹਨਾਂ ਫਾਈਂਡਿੰਗਸ ਦੇ ਉੱਤੇ ਆਧਾਰ ਦੇ ਉੱਤੇ ਇਹ ਗੱਲ ਸਾਹਮਣੇ ਲਿਆਂਦੀ ਕਿ ਜਿਹੜਾ ਨੌਲੇਜ ਆ ਉਹ ਜਦੋਂ ਉਹਨੂੰ ਨੈਟਵਰਕ ਦੇ ਵਿੱਚ ਬਣ ਜਾਂਦੇ, ਜਿਹੜੇ ਐਜੂਕੇਟਡ ਨੈਟਵਰਕਡ ਯੂਥ ਆ ਜਾਂ ਪੀਪਲ ਨੇ, ਉਹੀ ਸੋਸ਼ਲ ਚੇਂਜ ਦੇ ਏਜੰਸੀ, ਉਹੀ ਚੇਂਜ ਏਜੰਸੀ ਹੈਗੀ। ਖੈਰ ਇਹ ਮੈਂ ਚਾਰ ਬੰਦਿਆਂ ਦਾ ਇਸ ਕਰਕੇ ਨਾਂ ਲਿਆ ਕਿ ਅਸੀਂ ਹੁਣ ਇਹ ਸਮਝਦੇ ਹਾਂ ਕਿ ਜਿਹੜੀ ਨਵੀਂ ਸਾਰੀ ਦੀ ਸਾਰੀ ਜਿਹੜੀ ਚੇਂਜ ਅਸੀਂ ਦੇਖ ਰਹੇ ਹਾਂ 21ਵੀਂ ਸਦੀ ਦੇ ਵਿੱਚ, ਜਿਹਨੂੰ ਅਸੀਂ ਬੇਸਿਕ ਤੌਰ ਤੇ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਦੇ ਨਾਲ ਜੁੜੀ ਹੋਈ ਚੇਂਜ ਦੇਖਦੇ ਹਾਂ, ਜਾਂ ਜਿਹਨੂੰ ਅਸੀਂ ਡਿਜੀਟਲ ਚੇਂਜ ਦਾ, ਡਿਜੀਟਲ ਟਰਨ ਦਾ ਨਾਂ ਦਿੰਦੇ ਹਾਂ, ਜਾਂ ਨੈਟਵਰਕ ਟੈਕਨੋਲੋਜੀ ਦਾ ਨਾਂ ਦਿੰਦੇ ਹਾਂ, ਇਹ ਚੇਂਜ ਇਹਨਾਂ ਜਿਹੜੇ ਚਾਰ ਬੰਦਿਆਂ ਨਾਲ ਜੁੜੀ ਹੋਈ ਅਸੀਂ ਆਮ ਤੌਰ ਤੇ ਇਹਨੂੰ ਦੇਖਦੇ ਹਾਂ। ਭਾਵੇਂ ਕੰਪਿਊਟਰ ਦੇ ਨਾਲ ਹੋਰ ਜਿਹੜੇ ਨਾਂ ਨੇ ਉਹ ਬਾਅਦ ਦੇ ਵਿੱਚ ਆ ਜਾਂਦੇ ਨੇ, ਪਰ ਐਜ਼ ਏ ਸੋਸ਼ਲ ਚੇਂਜ ਦੀ ਏਜੰਸੀ ਦੇ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਤਾਂ ਇਹ ਚਾਰ ਬੰਦਿਆਂ ਦਾ ਨਾਂ ਸਾਡੇ ਸਾਹਮਣੇ। ਇਹਦੇ ਮੁਕਾਬਲੇ 'ਚ ਇਹ ਸਾਰੇ ਦੇ ਸਾਰੇ ਜਿਹੜੇ ਬੰਦੇ ਨੇ ਇਹ 1962 ਤੋਂ ਬਾਅਦ ਆਉਂਦੇ ਨੇ, ਤੇ 1962 ਦੇ ਵਿੱਚ ਅਸੀਂ ਸਮਝਦੇ ਹਾਂ ਕਿ ਇਹ ਗਿਆਨ ਵਾਲੀ ਇਸ ਗੱਲ ਦਾ ਮੁੱਢ ਬਣਦਾ। ਪਰ ਗੁਰੂ ਨਾਨਕ ਸਾਹਿਬ ਨੇ 15ਵੀਂ ਸਦੀ ਦੇ 16ਵੀਂ ਸਦੀ ਦੇ ਵਿੱਚ ਹੀ ਇਹ ਪੂਰੇ ਦਾ ਪੂਰਾ ਜਿਹੜਾ ਥੀਸਿਸ ਹੈ
ਜੇ ਜਦੋਂ ਅਸੀਂ ਇਹ ਤਾਂ ਦੇਖਦੇ ਹਾਂ ਕਿ ਇਹ ਜਿਹੜੇ 4 ਬੰਦੇ ਨੇ, ਇਹ ਜੋ ਥੀਸਿਸ ਪ੍ਰੈਜ਼ੈਂਟ ਕਰ ਰਹੇ ਨੇ, ਉਹਦੇ ਵਿੱਚ ਨੌਲੇਜ ਦੀ ਡਿਸੈਮੀਨੇਸ਼ਨ ਦਾ ਵੱਡਾ ਰੋਲ ਹੈ। ਪਰ ਇਸ ਨੌਲੇਜ ਦੇ ਪ੍ਰੋਸੈਸ ਨੂੰ ਪੂਰੀ ਤਰ੍ਹਾਂ ਨਾਲ ਹਾਲੇ ਵੀ ਅੰਡਰਸਟੈਂਡ ਨਹੀਂ ਕੀਤਾ ਜਾ ਸਕਿਆ, ਜਿਸ ਪੱਧਰ ਤੱਕ ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਦੇ ਵਿੱਚ ਹੀ ਇਹਨੂੰ ਅੰਡਰਸਟੈਂਡ ਕਰ ਲਿਆ ਸੀ। ਸੋ ਆਪਾਂ ਹੁਣ ਇਹ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕਿਹੜੇ ਫੈਕਟਰਸ ਨੇ ਅੱਜ ਦੀ ਚੇਂਜ ਦੀ ਏਜੰਸੀ ਦੇ ਤੌਰ ਤੇ ਕੰਮ ਕਰਨ ਵਾਲੇ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਪੇਸ਼ ਕਰਦੇ ਨੇ। ਸੋ ਉਹਨਾਂ ਦੇ ਵਿੱਚ ਜੋ ਮੈਂ ਦੇਖਦਾ ਕਿ ਸਭ ਤੋਂ ਜਿਹੜਾ ਇੰਪੋਰਟੈਂਟ, ਜਿਵੇਂ ਇਹ ਗੱਲ ਕਹੀ ਗਈ ਆ ਕਿ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਇਹ ਇੰਪੋਰਟੈਂਟ ਗੱਲਾਂ ਹੈਗੀਆਂ ਨੇ। ਮੈਂ ਇਹਦੇ ਵਿੱਚ ਜਿਹੜੇ ਮਤਲਬ ਜੋੜ ਰਿਹਾ ਇਹਨਾਂ ਨੂੰ, ਉਹਦੇ ਵਿੱਚ ਨੰਬਰ 1 ਕਿਰਤ ਕਮਾਈ, ਨੰਬਰ 2 ਨਾਮ ਜਾਂ ਹੁਕਮ, ਨੰਬਰ 3 ਸ਼ਬਦ, ਨੰਬਰ 4 ਸੰਵਾਦ ਤੇ ਨੰਬਰ 5 ਸਹਿਯੋਗ, ਜਾਂ ਜਿਹਨੂੰ ਅਸੀਂ ਐਮਪੈਥੀ ਵੀ ਕਹਿ ਦਿੰਦੇ ਆ, ਜਾਂ ਇਸ ਤਰ੍ਹਾਂ ਦੇ ਬਹੁਤ ਸਾਰਾ ਜਿਹੜਾ ਸਾਰੇ ਦੀ ਸਾਰੀ ਜਿਹੜੀ ਐਥੀਕਲ ਜਿਹੜਾ ਡਿਸਕੋਰਸ ਆ ਗੁਰੂ ਗ੍ਰੰਥ ਸਾਹਿਬ ਦਾ, ਉਹ ਜਿਹਦੇ ਉੱਤੇ ਬੇਸਡ ਹੈ। ਹੁਣ ਜੇ ਅਸੀਂ ਕੱਲੀ ਚੀਜ਼ ਨੂੰ ਇਹਨਾਂ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੀਏ ਤਾਂ ਮੈਂ ਸਮਝਦਾ ਕਿ ਅਸੀਂ ਇਹ ਪੂਰੇ ਦਾ ਪੂਰਾ ਜਿਹੜਾ ਡਿਸਕੋਰਸ ਆ ਇਹ ਸਮਝ ਸਕਾਂਗੇ, ਤੇ ਇਹ ਸਿਰਫ ਸਮਝ ਨਹੀਂ ਸਕਾਂਗੇ ਤੇ ਇਹ ਜਾਣ ਸਕਾਂਗੇ ਕਿ ਇਹ ਜਿਹੜੀ ਚੇਂਜ ਅਸੀਂ ਅੱਜ ਦੇਖ ਰਹੇ ਹਾਂ, ਜਿਹਨੂੰ ਅਸੀਂ ਡਿਜੀਟਲ ਚੇਂਜ ਦੇ ਫਾਰਮ ਦੇ ਵਿੱਚ ਬਿਆਨ ਕਰਦੇ ਹਾਂ, ਇਹਦੇ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ ਇਨਸਾਈਟਸ ਨੇ ਇਹ ਕਿਵੇਂ ਜ਼ਿਆਦਾ ਵੱਡਾ ਰੋਲ ਪਲੇ ਕਰ ਸਕਦੀਆਂ ਨੇ ਉਸ ਦੇ ਨਾਲੋਂ ਜਿਹੜਾ ਕਿ ਇਹਨਾਂ 4 ਨੋਬਲ ਲੌਰੀਏਟਸ ਨੇ ਮਤਲਬ ਦੁਨੀਆ ਦੇ ਸਾਹਮਣੇ ਰੱਖਿਆ ਸੀ। ਸਭ ਤੋਂ ਪਹਿਲਾਂ ਜੇ ਆਪਾਂ ਇਸ ਗੱਲ ਤੇ ਕਰੀਏ ਕਿਰਤ ਕਮਾਈ ਦਾ, ਫਰਕ ਇਹ ਆ ਕਿ ਕਿਰਤ ਕਮਾਈ ਉਹਨਾਂ ਨੇ ਵਿੱਚ ਐਡ ਨਹੀਂ ਕੀਤਾ, ਅਸੀਂ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਗੱਲ ਸ਼ੁਰੂਆਤ ਇੱਥੋਂ ਕੀਤੀ। ਇਹਦਾ ਕੀ ਫਰਕ ਆ? ਇਹਦਾ ਇਹੀ ਫਰਕ ਆ ਕਿ ਅਸੀਂ ਗੁਰੂ ਨਾਨਕ ਸਾਹਿਬ ਦੀ ਇਸ ਕਨਸੈਪਟ ਨੂੰ ਸਮਝੇ ਬਿਨਾ ਬਾਕੀ ਸਾਰਾ ਕੁਝ ਅਡਾਪਟ ਕਰ ਲਿਆ। ਉਹਦਾ ਨਤੀਜਾ ਇਹ ਹੋਇਆ ਕਿ ਪੰਜਾਬੀ ਜਿਹੜਾ ਜਾਂ ਸਿੱਖ ਆ ਜਾਂ ਗੁਰੂ ਨਾਨਕ ਨਾਮ ਲੇਵਾ ਜਿਹੜਾ ਹੈ ਉਹ ਅੰਨਦਾਤੇ ਤੋਂ ਭਿਖਾਰੀ ਬਣ ਗਿਆ। ਤੇ ਇਹਦੇ ਪਿੱਛੇ ਇਹ ਸੋਚ ਪਈ ਹੋਈ ਆ ਕਿ ਅੱਜ ਕੱਲ ਜਦੋਂ ਅਸੀਂ ਸੋਚਦੇ ਹਾਂ, ਇੱਕ ਕਨਸੈਪਟ ਬਹੁਤ ਬਾਰ-ਬਾਰ ਲੋਕਾਂ ਦੇ ਸਾਹਮਣੇ ਆ ਰਿਹਾ, ਉਹਨੂੰ ਕਹਿੰਦੇ ਆ ਯੂਨੀਵਰਸਲ ਬੇਸਿਕ ਇਨਕਮ। ਦੁਨੀਆ ਨੇ ਸੋਚ ਲਿਆ ਕਿਸੇ ਤਰ੍ਹਾਂ ਨਾਲ ਕਿ ਸ਼ਾਇਦ ਅਸੀਂ ਹਰ ਬੰਦੇ ਨੂੰ ਰੁਜ਼ਗਾਰ ਤਾਂ ਨਹੀਂ ਦੇ ਸਕਦੇ, ਇਸ ਕਰਕੇ ਜੇ ਰੁਜ਼ਗਾਰ ਨਹੀਂ ਦੇ ਸਕਦੇ ਤਾਂ ਉਹਨੂੰ ਜੀਣ ਦਾ ਸਹਾਰਾ ਦੇ ਦਈਏ ਇਨ ਦੀ ਫਾਰਮ ਆਫ ਦਿਸ ਯੂਨੀਵਰਸਲ ਬੇਸਿਕ ਇਨਕਮ। ਉਹਨੂੰ ਇੰਨੇ ਕੁ ਪੈਸੇ ਦੇ ਦਈਏ ਕਿ ਉਹ ਜਿੰਦਾ ਰਹਿ ਸਕੇ। ਸੋ ਅਸੀਂ ਕਿਰਤ ਕਮਾਈ ਦੇ ਕਨਸੈਪਟ ਨੂੰ ਇਸ ਪ੍ਰੋਜੈਕਟ ਦਾ ਪਾਰਟ ਨਾ ਬਣਾ ਸਕਣ ਕਾਰਨ ਲੋਕਾਂ ਨੂੰ, ਅੰਨਦਾਤਿਆਂ ਨੂੰ ਭਿਖਾਰੀ ਬਣਾ ਦਿੱਤਾ। ਇਹ ਮੈਂ ਸਮਝਦਾ ਕਿ ਪਹਿਲੀ ਗਲਤੀ ਆ ਜਿਹੜੀ ਇਸ ਪ੍ਰੋਜੈਕਟ ਦੀ, ਉਹ ਆ ਜਿਹੜੀ ਕਿ ਜੇ ਗੁਰੂ ਨਾਨਕ ਸਾਹਿਬ ਨੂੰ ਅੰਡਰਸਟੈਂਡ ਕਰਕੇ ਇਸ ਪਾਸੇ ਤੁਰਿਆ ਜਾਂਦਾ ਤਾਂ ਇਹ ਨਹੀਂ ਸੀ ਕਦੇ ਵਾਪਰਨੀ। ਹੁਣ ਮਤਲਬ ਗੁਰੂ ਨਾਨਕ ਸਾਹਿਬ ਦਾ ਆਉਂਦਾ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਸਿਚੁਏਸ਼ਨ ਇਹ ਆ ਕਿ ਕਰਤਾਰਪੁਰ ਦਾ ਪਹਿਲਾ ਮੈਸੇਜ ਇਹ ਆ ਕਿ ਕਰਤਾਰਪੁਰ ਦਾ ਹਰ ਪਰਿਵਾਰ ਜਾਂ ਹਰ ਵਸਿੰਦਾ ਐਮਪਲੋਇਡ ਹੋਏਗਾ ਜਾਂ ਐਂਟਰਪ੍ਰੀਨਿਓਰ ਹੋਏਗਾ। ਉਹ ਕਿਸੇ ਯੂਨੀਵਰਸਲ ਬੇਸਿਕ ਇਨਕਮ ਵਰਗੀ ਚੀਜ਼ ਦੇ ਉੱਤੇ ਸਰਵਾਈਵ ਨਹੀਂ ਕਰੇਗਾ। ਇਹ ਜਿਹੜੀ ਐਮਪਲੋਇਮੈਂਟ ਆ, ਇਹ ਜਿਹੜੀ ਐਂਟਰਪ੍ਰੀਨਿਓਰਸ਼ਿਪ ਆ, ਜਾਂ ਇਹ ਜਿਹੜਾ ਵਰਕ ਦਾ ਕਨਸੈਪਟ ਆ, ਇਹ ਕੋਈ ਸਿਰਫ ਕਿਸਾਨੀ ਵਾਲਾ ਨਹੀਂ ਹੈ, ਜਾਂ ਇੰਡਸਟਰੀ ਜਾਂ ਪ੍ਰੋਡਕਸ਼ਨ ਦਾ ਨਹੀਂ ਹੈ, ਮੈਨੂਫੈਕਚਰਿੰਗ ਦਾ ਨਹੀਂ ਹੈ। ਉਹ ਕਿਸੇ ਕਿਸਮ ਦਾ ਵੀ ਕਾਰਜ ਕੰਮ ਹੋ ਸਕਦਾ। ਉਹ ਮਤਲਬ ਨੌਲੇਜ ਵਰਕਰਸ ਵੀ ਹੋ ਸਕਦੇ ਨੇ, ਉਹ ਹੋਰ ਹਰ ਕਿਸਮ ਦੇ ਵਰਕਰਸ ਹੋ ਸਕਦੇ ਨੇ। ਸੋ ਮੈਂ ਇਹਦੇ ਵਿੱਚ ਨੌਲੇਜ ਵਰਕਰਸ ਐਡ ਕਰਦਾ ਤੇ ਇਹ ਗੱਲ ਆਪਣੇ ਪੂਰੀ ਉਹਦੇ ਨਾਲ ਕਹਿਣਾ ਕਿ ਇਹ ਉਹ ਪਹਿਲਾ ਕਨਸੈਪਟ ਆ ਜਿਹੜਾ ਕਿ ਸਾਡੀ ਜਿਹੜੀ
ਪੋਸਟ ਮਾਡਰਨ ਸੈਂਸਿਬਿਲਿਟੀ ਆ ਉਹਨੇ ਇਨਕਲੂਡ ਨਹੀਂ ਕੀਤਾ, ਜਿਹਦੇ ਕਰਕੇ ਅੱਜ ਬਹੁਤ ਸਾਰਾ ਜਿਹੜਾ ਲਿਟਰੇਚਰ ਆ ਉਹ ਇਸੇ ਗੱਲ ਦੇ ਉੱਤੇ ਕੀਤਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵਰਕ ਦੀ ਜਾਂ ਕਿਰਤ ਦੀ ਕੀ ਪੋਜੀਸ਼ਨ ਹੋਏਗੀ। ਅਸੀਂ ਬਹੁਤ ਸਾਰੇ ਪਪੂਲਰ ਜਿਹੜੇ ਰਾਈਟਰਸ ਨੇ ਜਿਵੇਂ ਹਰਾਰੀ ਵਗੈਰਾ ਨੇ, ਉਹਨਾਂ ਨੂੰ ਪੜ੍ਹਦੇ ਹਾਂ ਤਾਂ ਇੱਥੋਂ ਤੱਕ ਲਿਖ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮਨੁੱਖ ਨੇ, ਜਿਹੜੇ ਐਮਪਲੋਇਡ ਹੋਣਗੇ ਤੇ ਅਨਐਮਪਲੋਇਡ ਹੋਣਗੇ, ਜਾਂ ਮਨੁੱਖ ਜਾਤੀ ਦੇ ਵਿੱਚ ਇੱਕ ਖਾਸ ਕਿਸਮ ਦਾ ਇੰਨਾ ਵੱਡਾ ਅੰਤਰ ਆ ਜਾਏਗਾ ਕਿ ਕੁਝ ਲੋਕ ਉਹ ਹੋਣਗੇ ਜਿਹੜੇ ਸਾਰੇ ਕਾਸੇ ਨੂੰ ਕੰਟਰੋਲ ਕਰਨਗੇ, ਕੁਝ ਲੋਕ ਉਹ ਹੋਣਗੇ ਜਿਨ੍ਹਾਂ ਨੂੰ ਕੰਟਰੋਲ ਕਰਨ ਦੀ ਵੀ ਜ਼ਰੂਰਤ ਨਹੀਂ, ਜੋ ਇੰਨੇ ਇਰਰੈਲੇਵੈਂਟ ਹੋ ਜਾਣਗੇ, ਉਹਨਾਂ ਦਾ ਕੋਈ ਯੂਜ਼ ਹੀ ਨਹੀਂ ਰਹੇਗਾ। ਸੋ ਇਸ ਜਿਹੜੀ ਇਹ ਵੱਡਾ ਕੰਪਲੈਕਸ ਜਾਂ ਜਿਹੜਾ ਅਸੀਂ ਬਹੁਤ ਵੱਡਾ ਚੈਲੰਜ ਦੇਖ ਰਹੇ ਹਾਂ, ਇਹਨੂੰ ਗੁਰੂ ਨਾਨਕ ਸਾਹਿਬ ਦਾ ਇਹ ਜਿਹੜਾ ਪਹਿਲਾ ਕਿਰਤ ਕਮਾਈ ਵਾਲਾ ਕਨਸੈਪਟ ਆ ਇਹ ਹੈਂਡਲ ਕਰ ਲੈਂਦਾ। ਸੋ ਅੱਗੇ ਇਹਦੀਆਂ ਮਤਲਬ ਜਿਹੜੀਆਂ ਡਿਟੇਲਸ ਨੇ ਕਿ ਅਸੀਂ ਕਿਵੇਂ ਹਰ ਬੰਦੇ ਨੂੰ ਐਮਪਲੋਇਮੈਂਟ ਪ੍ਰੋਵਾਈਡ ਕਰ ਸਕਦੇ ਹਾਂ, ਕਿਵੇਂ ਐਮਪਲੋਇਮੈਂਟ ਪ੍ਰੋਵਾਈਡ ਕੀਤੀ ਜਾ ਸਕਦੀ, ਉਹਦੇ ਬਾਰੇ ਇੱਕ ਬੜਾ ਵੱਡਾ ਡਿਸਕੋਰਸ ਹੈਗਾ। ਪਰ ਮੈਂ ਇਹਨੂੰ ਸਿਰਫ ਹਿੰਟ ਦੇ ਤੌਰ ਤੇ ਇੰਨੀ ਗੱਲ ਹੀ ਕਹਾਂਗਾ ਕਿ ਹਮੇਸ਼ਾ ਹੀ ਜਦੋਂ ਕੋਈ ਟੈਕਨੋਲੋਜੀ ਆਉਂਦੀ ਆ ਤਾਂ ਅਸੀਂ ਇਸ ਕਿਸਮ ਦੀ ਸਿਚੁਏਸ਼ਨ 'ਚ ਪੈ ਜਾਂਦੇ ਆ ਕਿ ਸ਼ਾਇਦ ਇਸ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਅਨਐਮਪਲੋਇਮੈਂਟ ਹੋ ਜਾਏਗੀ। ਜਿਵੇਂ ਪਾਵਰ ਲੂਮ ਦੇ ਆਉਣ ਨਾਲ ਜਾਂ ਟਰਾਂਸਪੋਰਟੇਸ਼ਨ ਦੇ ਆਉਣ ਨਾਲ ਬਹੁਤ ਵੱਡੇ ਸ਼ੰਕੇ ਖੜੇ ਹੋ ਗਏ ਸੀ ਕਿ ਸ਼ਾਇਦ ਅਨਐਮਪਲੋਇਮੈਂਟ ਬਹੁਤ ਵੱਡੇ ਸਕੇਲ ਤੇ ਆਵੇ। ਪਰ ਜਦੋਂ ਕੋਈ ਅਨਐਮਪਲੋਇਮੈਂਟ ਆਉਂਦੀ ਆ ਤਾਂ ਉਹ ਨਵੀਆਂ ਇੰਨੀਆਂ ਪੋਸੀਬਿਲਿਟੀਜ਼ ਲੈ ਆਉਂਦੀ ਆ ਕਿ ਜਿਨ੍ਹਾਂ ਨੂੰ ਕਈ ਵਾਰ ਸੰਭਾਲਣਾ ਵੀ ਔਖਾ ਹੋ ਜਾਂਦਾ। ਮਤਲਬ ਇਹਦੇ ਤੇ ਮੈਂ ਇੱਕ ਪੂਰਾ ਪੇਪਰ ਲਿਖਿਆ ਹੈ ਕਿਵੇਂ ਆਉਣ ਵਾਲੇ ਟਾਈਮ ਦੇ ਵਿੱਚ ਜਿੰਨੇ ਲੋਕ ਨੇ, ਵਰਕਰਸ ਨੇ, ਪਲੱਸ ਜਿੰਨੇ ਰੋਬੋਟਸ ਜਾਂ ਮਸ਼ੀਨਸ ਨੇ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਪ੍ਰੋਗਰਾਮਸ ਨੇ, ਉਹ ਰਲ ਕੇ ਵੀ ਦੁਨੀਆ ਨੂੰ ਜਿੰਨੀ ਲੋੜ ਪੈਦਾ ਹੋਣ ਵਾਲੀ ਆ ਐਮਪਲੋਇਮੈਂਟ ਦੀ, ਐਂਟਰਪ੍ਰੀਨਿਓਰਸ਼ਿਪ ਦੀ, ਉਹ ਸ਼ਾਇਦ ਪੂਰੀਆਂ ਨਾ ਕਰ ਸਕਣ। ਉਹਦਾ ਵੱਡਾ ਕਾਰਨ ਕੀ ਆ ਕਿ ਇਸ ਵੇਲੇ ਜਿਸ ਚੀਜ਼ ਦੇ ਉੱਤੇ ਸਭ ਤੋਂ ਵੱਧ ਕੰਮ ਹੋ ਰਿਹਾ ਉਹ ਹੈ ਕਿ ਕਿਉਂਕਿ ਅਸੀਂ ਬਹੁਤ ਵਾਰ ਸੋਚਦੇ ਹਾਂ ਕਿ ਜਿਹੜੀ ਇਹ ਧਰਤੀ ਆ ਇਹ ਸ਼ਾਇਦ ਰਹਿਣ ਦੇ ਕਾਬਲ ਨਹੀਂ ਹੈ, ਜਾਂ ਰਹਿਣ ਦੇ ਕਾਬਲ ਤਾਂ ਹੀ ਹੋ ਸਕਦੀ ਆ ਜੇ ਜਿਹੜੀ ਮਨੁੱਖ ਜਾਤੀ ਆ ਉਹ ਦੂਸਰੇ ਗ੍ਰਹਿਆਂ ਦੇ ਉੱਤੇ ਵੀ ਆਪਣਾ ਕਾਰੋਬਾਰ ਸ਼ੁਰੂ ਕਰ ਲਵੇ। ਇਸ ਦਿਸ਼ਾ 'ਚ ਬਹੁਤ ਸਾਰਾ ਕੰਮ ਚੱਲ ਰਿਹਾ। ਖੈਰ ਇਹ ਇੱਕ ਅਲੱਗ ਵਿਸ਼ਾ ਹੈਗਾ, ਇਸ ਕਰਕੇ ਮੈਂ ਇਹਦੇ ਵੱਲ ਜ਼ਿਆਦਾ ਨਹੀਂ ਜਾਣਾ ਚਾਹੁੰਦਾ। ਔਰ ਇਹ ਗੱਲ ਕਹਿ ਕੇ ਮੁਕਾ ਦੇਣਾ ਚਾਹੁੰਦਾ ਕਿ ਬਹੁਤ ਜ਼ਿਆਦਾ ਪੋਟੈਂਸ਼ੀਅਲ ਆ ਵਰਕ ਦਾ, ਐਂਟਰਪ੍ਰੀਨਿਓਰਸ਼ਿਪ ਦਾ, ਐਮਪਲੋਇਮੈਂਟ ਦਾ, ਜਿਹੜਾ ਕਿ ਸਾਨੂੰ ਐਕਸਪਲੋਰ ਕਰਨ ਦੀ ਲੋੜ ਹੈਗੀ ਆ। ਔਰ ਇਹ ਗੁਰੂ ਨਾਨਕ ਸਾਹਿਬ ਦਾ ਜਿਹੜਾ ਪਹਿਲਾ। ਦੂਸਰਾ ਆਉਂਦਾ ਨਾਮ ਜਪਣ ਦਾ। ਗੁਰੂ ਸਾਹਿਬ ਕਹਿੰਦੇ ਨੇ ਕਿ ਨਾਮ ਕੇ ਤਾਰੇ ਸਿਮਰਤ ਭੇਦ ਪੁਰਾਨ, ਨਾਮ ਕੇ ਤਾਰੇ ਸੁਨਨ ਗਿਆਨ ਧਿਆਨ। ਜਾਂ ਫਿਰ ਇਹ ਵੀ ਕਹਿੰਦੇ ਨੇ ਬਹੁਤ ਸਾਰੀਆਂ ਤੁਕਾਂ ਹੈਗੀਆਂ ਜਿੱਥੋਂ ਇਹ ਅਸੀਂ ਸਮਝਦੇ ਹਾਂ ਕਿ ਨਾਮ ਦੇ ਦੋ ਮੀਨਿੰਗਸ ਨੇ। ਮੇਰੇ ਹਿਸਾਬ ਨਾਲ ਦੋ ਤਰ੍ਹਾਂ ਨਾਲ ਇਹ ਸਾਰੀ ਇਸ ਪਾਰਟਿਕੂਲਰ ਇਸ ਕੰਟੈਕਸਟ ਦੇ ਵਿੱਚ। ਨੰਬਰ 1, ਜੋ ਕੁਝ ਵੀ ਬਣਿਆ ਹੋਇਆ, ਜੋ ਕੁਝ ਵੀ ਹੈ, ਉਹ ਨਾਮ ਦਾ ਹੀ ਰੂਪ ਆ, ਨਾਮ ਦਾ ਹੀ ਬਣਿਆ ਹੋਇਆ। ਇਸ ਕਰਕੇ ਜਿਹੜਾ ਗਿਆਨ ਆ ਉਹ ਵੀ ਨਾਮ ਦਾ ਹੀ ਹੈ। ਜਿਵੇਂ ਕਹਿੰਦੇ ਨੇ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਤਾਰੇ ਸੁਨਨ ਗਿਆਨ ਧਿਆਨ। ਇੱਥੇ ਕੀ ਆ ਕਿ ਜਿਹੜਾ ਨਾਮ ਆ ਉਹ ਮਨੁੱਖ ਜਾਤੀ ਨੂੰ ਇੱਕ ਪਰਪਸ ਦਿੰਦਾ, ਇੱਕ ਮੀਨਿੰਗ ਦਿੰਦਾ। ਹੋਰ ਕਿਸੇ ਵੀ ਜਿਹੜਾ ਮੀਨਿੰਗ ਆ ਉਹ ਬ੍ਰਹਿਮੰਡ ਨੇ ਮਨੁੱਖ ਨੂੰ ਮੀਨਿੰਗ ਨਹੀਂ ਦਿੱਤਾ, ਮਨੁੱਖ ਨੇ ਬ੍ਰਹਿਮੰਡ ਨੂੰ ਮੀਨਿੰਗ ਦੇਣਾ। ਸੋ ਇਹ ਜਿਹੜਾ ਇੱਕ ਉਲਟ ਚੀਜ਼ ਹੈਗੀ ਆ ਕਿ ਅਸੀਂ ਮਤਲਬ ਮਨੁੱਖ ਜਾਤੀ ਨੇ ਹੀ ਆਪਣੀ ਐਗਜ਼ਿਸਟੈਂਸ ਨੂੰ, ਆਪਣੇ ਬ੍ਰਹਿਮੰਡ ਨੂੰ, ਆਪਣੀ ਕਾਇਨਾਤ ਨੂੰ, ਹੋਂਦ ਨੂੰ, ਇਹ ਸਾਰੇ ਕਾਸੇ ਨੂੰ ਜਿਹੜੇ ਮੀਨਿੰਗ ਦੇਣੇ ਨੇ ਉਹ ਮਨੁੱਖ ਨੇ ਦੇਣੇ ਨੇ। ਔਰ ਉਹਦਾ ਆਧਾਰ ਹੈ ਕੌਨਸ਼ੀਅਸਨੈਸ। ਔਰ ਇਹ ਜਿਹੜੀ ਕੌਨਸ਼ੀਅਸਨੈਸ ਆ, ਇਹ ਜਿਹੜੀ ਚੇਤਨਾ, ਇਹਨੇ ਹੀ ਆਉਣ ਵਾਲੇ ਸੰਸਾਰ ਦੇ ਵਿੱਚ, ਜਿਵੇਂ ਅਸੀਂ ਕਹਿੰਦੇ ਹਾਂ ਕਿ ਜਿਹੜਾ ਹੱਥ ਸੀ ਉਹਨੂੰ ਦਿਮਾਗ ਨੇ ਰਿਪਲੇਸ ਕਰ ਦਿੱਤਾ। ਬੰਦੇ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਫਿਜ਼ੀਕਲ ਲੇਬਰ ਗਈ, ਹੁਣ ਮੇਰੀ ਕੋਗਨੀਟਿਵ ਮੋਨੋਪੋਲੀ ਹੋਏਗੀ ਸੰਸਾਰ ਦੇ ਉੱਤੇ।
ਹੁਣ ਲੋਕ ਸਵਾਲ ਪੁੱਛਦੇ ਨੇ ਕਿ ਜਦੋਂ ਮਨੁੱਖ ਦੀ ਇਹ ਮੋਨੋਪੋਲੀ ਟੁੱਟ ਰਹੀ ਆ, ਕੋਗਨੀਟਿਵ ਮੋਨੋਪੋਲੀ ਟੁੱਟ ਰਹੀ ਆ, ਤਾਂ ਦਿਮਾਗ ਨੂੰ ਕੌਣ ਰਿਪਲੇਸ ਕਰੇਗਾ? ਜਿਵੇਂ ਹੱਥ ਨੂੰ ਦਿਮਾਗ ਨੇ ਰਿਪਲੇਸ ਕਰਤਾ ਸੀ, ਦਿਮਾਗ ਨੂੰ ਕੌਣ ਰਿਪਲੇਸ ਕਰੇਗਾ ਜਿਹੜਾ ਸਾਰੇ ਕਾਸੇ ਨੂੰ ਕੰਟਰੋਲ ਕਰੇਗਾ? ਸੋ ਇੱਥੇ ਇਹ ਆਉਂਦਾ ਕਿ ਦਿਮਾਗ ਨੂੰ ਜਿਹੜਾ ਰਿਪਲੇਸ ਕਰੇਗਾ ਉਹਨੂੰ ਅਸੀਂ ਕਹਿੰਦੇ ਆ ਸੁਰਤ ਸ਼ਬਦ, ਉਹ ਨਾਮ ਦਾ ਕ੍ਰਿਸ਼ਨ। ਸੋ ਅਸੀਂ ਇੱਕ ਨਵੀਂ ਯੁੱਗ ਦੇ ਵਿੱਚ ਐਂਟਰ ਕਰਨ ਜਾ ਰਹੇ ਹਾਂ, ਜਿੱਥੇ ਬਾਕੀ ਦੇ ਸਾਰੇ ਕੰਮ ਨੇ, ਚਾਹੇ ਉਹ ਫਿਜ਼ੀਕਲ ਲੇਬਰ ਆ ਤੇ ਚਾਹੇ ਉਹ ਇੰਟੈਲੀਜੈਂਟ ਲੇਬਰ ਆ, ਇੰਟੈਲੀਜੈਂਸ ਆ, ਉਹ ਸਾਰਿਆਂ ਲਈ ਮਸ਼ੀਨ ਆ ਜਾਏਗੀ, ਟੂਲਸ ਆ ਜਾਣਗੇ, ਤੇ ਇਹ ਸਾਰੇ ਕਾਸੇ ਨੂੰ ਜਿਹੜਾ ਕੰਟਰੋਲ ਕਰੇਗੀ ਉਹ ਹੋਏਗੀ ਕੌਨਸ਼ੀਅਸਨੈਸ, ਉਹ ਹੋਏਗੀ ਸੁਰਤ ਸ਼ਬਦ, ਉਹ ਹੋਏਗਾ ਨਾਮ। ਸੋ ਇਹ ਉਹ ਚੀਜ਼ ਆ ਜਿਹਨੇ ਆਉਣ ਵਾਲੇ ਐਗਜ਼ਿਸਟੈਂਸ ਨੂੰ ਜਾਂ ਆਉਣ ਵਾਲੇ ਮਤਲਬ ਜਿਹੜੀਆਂ ਜੋ ਵੀ ਪੋਸੀਬਿਲਿਟੀਜ਼ ਨੇ ਉਹਨਾਂ ਨੂੰ ਮੀਨਿੰਗਸ ਦੇਣੇ ਨੇ, ਮਨੁੱਖ ਦੀ ਕਿਰਤ ਨੂੰ ਮੀਨਿੰਗ ਦੇਣਾ। ਸੋ ਇੱਥੇ ਆਪਾਂ ਦੋ ਚੀਜ਼ਾਂ ਜੋੜ ਲਈਆਂ, ਕਿਰਤ ਜੋੜ ਲਈ, ਕਿਰਤ ਦੇ ਨਾਲ ਮੀਨਿੰਗਸ ਜੋੜ ਲਏ। ਜਦੋਂ ਅਸੀਂ ਕਿਰਤ ਤੇ ਮੀਨਿੰਗਸ ਨੂੰ ਦੋਨਾਂ ਨੂੰ ਜੋੜ ਲੈਂਦੇ ਆ ਤਾਂ ਇਹ ਜਿਹੜੇ ਸ਼ੰਕੇ ਨੇ ਆਪਣੇ ਆਪ ਮਤਲਬ ਖਤਮ ਹੋ ਜਾਂਦੇ ਨੇ ਕਿ ਆਉਣ ਵਾਲਾ ਜਿਹੜਾ ਭਵਿੱਖ ਆ ਉਹ ਸ਼ਾਇਦ ਮਸ਼ੀਨ ਦਾ ਭਵਿੱਖ ਨਹੀਂ ਹੈ, ਉਹ ਮਨੁੱਖ ਦੀ ਕੌਨਸ਼ੀਅਸਨੈਸ ਦਾ ਹੈ। ਉਸ ਚੀਜ਼ ਦਾ ਯੁੱਗ ਆ, ਉਸ ਚੀਜ਼ ਦਾ ਟਾਈਮ ਆ ਜਿੱਥੇ ਜਿਹੜਾ ਨਾਮ ਆ ਉਹ ਥਰੂ ਮੀਨਿੰਗ ਪ੍ਰੋਡਕਸ਼ਨ ਉਹ ਕਿਰਤ ਨੂੰ ਅਰਥ ਦੇਗਾ। ਤੀਸਰਾ, ਮੈਂ ਥੋੜਾ ਜਿਹਾ ਨਾਮ ਬਾਰੇ ਤੇ ਸ਼ਬਦ ਬਾਰੇ ਕਲੀਅਰ ਕਰਨਾ ਚਾਹਾਂਗਾ, ਕਿਉਂਕਿ ਮੈਂ ਇਸ ਗੱਲ ਬਾਰੇ ਪਿਛਲੇ ਕਾਫੀ ਸਮੇਂ ਤੋਂ ਇਹ ਸੋਚਦਾ ਰਿਹਾ ਕਿ ਬਾਰ-ਬਾਰ ਗੁਰਬਾਣੀ ਦੇ ਵਿੱਚ ਸ਼ਬਦ ਵੀ ਆਉਂਦਾ ਤੇ ਨਾਮ ਵੀ ਆਉਂਦਾ, ਔਰ ਬਹੁਤ ਵਾਰ ਅਸੀਂ ਇਹ ਸਮਝ ਲੈਂਦੇ ਹਾਂ ਕਿ ਉਸੇ ਚੀਜ਼ ਨੂੰ ਕਦੇ ਨਾਮ ਨਾਲ ਸੰਬੋਧਨ ਕਰ ਦਿੱਤਾ ਗਿਆ, ਕਦੇ ਸ਼ਬਦ ਨਾਲ ਸੰਬੋਧਨ ਕਰ ਦਿੱਤਾ ਗਿਆ, ਪਰ ਇਹਨਾਂ 'ਚ ਫਰਕ ਹੈ। ਉਹ ਕੀ ਫਰਕ ਆ? ਉਹ ਇਹ ਆ, ਅਸੀਂ ਬਹੁਤ ਥਾਂ ਤੇ ਆਉਂਦਾ ਕਿ ਸਭ ਕੁਝ ਹੁਕਮ ਦੇ ਵਿੱਚ ਹੈ। ਜਿਹੜਾ ਹੁਕਮ ਆ ਉਹਨੂੰ ਇੱਕ ਪਿੱਛੇ ਜੇ ਇੱਕ ਪੁਸਤਕ ਆਈ ਹੈ ਜਿਹੜੀ ਬਹੁਤ ਮੈਨੂੰ ਇੰਟਰਸਟਿੰਗ ਲੱਗੀ, ਉਹ ਇੱਕ ਬਹੁਤ ਵੱਡੇ ਮੈਥਮੈਟੀਸ਼ੀਅਨ ਦੀ ਕਿਤਾਬ ਆ, ਜਿਹਦੇ ਵਿੱਚ ਉਹਨੇ ਕਿਹਾ ਆਵਰ ਮੈਥਮੈਟੀਕਲ ਯੂਨੀਵਰਸ, ਟੰਗਮਰਕ ਹੈ ਉਸ ਬੰਦੇ ਦਾ ਨਾਮ, ਕਿ ਜਦੋਂ ਅਸੀਂ ਇਸ ਸ੍ਰਿਸ਼ਟੀ ਨੂੰ, ਇਸ ਕਾਇਨਾਤ ਨੂੰ, ਇਸ ਐਗਜ਼ਿਸਟੈਂਸ ਨੂੰ ਬਰੀਕੀ ਦੇ ਵਿੱਚ ਜਾ ਕੇ ਦੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਸਾਰਾ ਕੁਝ ਆ ਜਿਹੜਾ ਉਹ ਮੈਥਮੈਟੀਕਲ ਫਾਰਮ ਦੇ ਵਿੱਚ ਹੀ ਐਗਜ਼ਿਸਟ ਕਰਦਾ, ਜਿਸ ਨੂੰ ਅਸੀਂ ਬਹੁਤ ਵਾਰ ਅਸੀਂ ਆਪਣੇ ਉਹਦੇ ਵਿੱਚ ਉਹਨੂੰ ਕਹਿ ਦਿੰਦੇ ਹਾਂ ਕਿ ਉਹ ਸਭ ਨਾਮ ਦਾ ਧਾਰਿਆ ਹੋਇਆ, ਨਾਮ ਦੇ ਧਾਰੇ ਸਗਲੇ ਆਕਾਰ, ਟਾਈਮ ਤੇ ਸਪੇਸ ਉਹ ਨਾਮ ਦਾ ਬਣਿਆ ਹੋਇਆ। ਅਸੀਂ ਕਹਿੰਦੇ ਹਾਂ ਮੈਥਮੈਟੀਸ਼ੀਅਨਸ ਨੇ ਜਿਹੜੇ ਉਹ ਇਹਨੂੰ ਕਹਿ ਰਹੇ ਨੇ ਕਿ ਉਹ ਮੈਥਮੈਟੀਕਲ ਆ, ਜਾਂ ਬੇਸਿਕਲੀ ਹੁਣ ਮਤਲਬ ਜਿਵੇਂ ਪਿਛਲੇ ਟਾਈਮ ਦੇ ਵਿੱਚ ਬਹੁਤ ਆਪਾਂ ਬਾਰ-ਬਾਰ ਨਾਂ ਸੁਣਦੇ ਹਾਂ ਗੋਡ ਇਕੁਏਸ਼ਨ ਦਾ, ਕਿ ਫਾਈਨਲੀ ਕੁਝ ਐਸੀ ਇਕੁਏਸ਼ਨਸ ਨੇ, ਮੈਥਮੈਟੀਕਲ ਇਕੁਏਸ਼ਨਸ ਦੇ ਵੱਲ ਅਸੀਂ ਪਹੁੰਚ ਰਹੇ ਹਾਂ, ਜਿਹੜੀਆਂ ਮੈਥਮੈਟੀਕਲ ਇਕੁਏਸ਼ਨਸ ਦੁਨੀਆ ਦੀ ਸਾਰੀਆਂ ਜਿਹੜੀਆਂ ਰਹੱਸ ਨੇ ਉਹਨਾਂ ਨੂੰ ਖੋਲ ਦੇਣਗੀਆਂ। ਮਤਲਬ ਇਹ ਕਿਹਾ ਜਾ ਰਿਹਾ ਕਿ ਉਸ ਮੈਥਮੈਟੀਕਲ ਇਕੁਏਸ਼ਨ ਦੇ ਨਾਲ ਅਸੀਂ ਜਿਹੜਾ ਬ੍ਰਹਮ ਜਾਂ ਗੋਡ ਆ ਉਹਦਾ ਮਾਈਂਡ ਪੜ੍ਹਨ ਦੇ ਕਾਬਲ ਹੋ ਜਾਵਾਂਗੇ। ਸੋ ਚਲੋ ਇਹਨੂੰ ਜੇ ਹੋਰ ਬਹੁਤ ਸੌਖੀ ਤਰ੍ਹਾਂ ਲੈਣਾ ਹੋਵੇ, ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਨੇਚਰ ਦੇ ਨਿਯਮ ਨੇ, ਨੈਚੁਰਲ ਲਾਸ ਨੇ, ਉਹਨਾਂ ਦੀ ਇੱਕ ਫਾਈਨਲ ਜਿਹੜੀ ਗੋਡ ਇਕੁਏਸ਼ਨ ਹੋਏਗੀ ਉਹ ਸਾਰੇ ਕਾਸੇ ਨੂੰ ਸੋਲਵ ਕਰ ਦੇਗੀ। ਸੋ ਇੱਥੇ ਮੈਂ ਸਮਝਦਾ ਜਿੱਥੇ ਨਾਮ ਹੈ, ਇਹ ਨਾਮ ਜਿਹੜਾ ਸਾਰੀ ਸ੍ਰਿਸ਼ਟੀ ਨੂੰ, ਸਾਰੇ ਬ੍ਰਹਿਮੰਡ ਨੂੰ, ਸਾਰੇ ਟਾਈਮ ਸਪੇਸ ਨੂੰ, ਸਾਰੀ ਐਗਜ਼ਿਸਟੈਂਸ ਨੂੰ ਐਕਸਪਲੇਨ ਕਰਨ ਦੀ ਸਮਰੱਥਾ ਰੱਖਦਾ, ਜਾਂ ਉਹਦੇ ਜਿਹੜੇ ਗੁਣ ਨੇ ਉਹਨਾਂ ਨੂੰ ਅਸੀਂ ਮੈਥਮੈਟੀਕਲ ਫਾਰਮ ਦੇ ਵਿੱਚ ਨਹੀਂ ਕਨਸੀਵ ਕਰਦੇ, ਅਸੀਂ ਨਾਮ ਦੀ ਫਾਰਮ ਦੇ ਵਿੱਚ ਕਨਸੀਵ ਕਰਦੇ ਹਾਂ। ਤੇ ਸ਼ਬਦ ਕੀ ਆ? ਸ਼ਬਦ ਉਹ ਆ ਜਿਸ ਦੇ ਰਾਹੀਂ ਅਸੀਂ ਨਾਮ ਦੇ ਰਹੱਸ ਨੂੰ ਸਮਝਣਾ। ਨਾਮ belongs to nature, ਸ਼ਬਦ belongs to human beings, human consciousness। ਸ਼ਬਦ human consciousness ਆ ਜਿਹਦੇ ਰਾਹੀਂ
ਜਿਹੜਾ ਨਾਮ ਆ ਉਹਦੇ ਰਹੱਸ ਨੂੰ ਸਮਝਿਆ ਜਾ ਸਕਦਾ ਜਾਂ ਐਗਜ਼ਿਸਟੈਂਸ ਦੇ ਰਹੱਸ ਨੂੰ ਸਮਝਿਆ ਜਾ ਸਕਦਾ। ਸੋ ਅਗਲਾ ਜਿਹੜਾ ਕਨਸੈਪਟ ਹੈਗਾ ਬਹੁਤ ਇੰਪੋਰਟੈਂਟ ਮੈਨੂੰ ਲੱਗ ਰਿਹਾ ਇਹ ਦੋਨੋਂ ਪੱਖਾਂ ਤੋਂ, ਉਹ ਹੈ ਵੰਡ ਛਕਣ ਦਾ। ਜਿਵੇਂ ਆਪਾਂ ਗੱਲ ਕੀਤੀ ਸੀ, ਕਾਲ ਖਾਏ ਕਿ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਇਸ ਜਿਹੜਾ ਇਹ ਜਿਹੜੇ ਚਾਰ ਵੱਡੇ ਵਿਦਵਾਨ ਯੂਰਪ ਵੈਸਟ ਦੇ ਹੋਏ ਨੇ, ਇਹਨਾਂ ਨੇ ਇਸ ਗੱਲ ਤੋਂ ਵੀ ਪੂਰੀ ਤਰ੍ਹਾਂ ਅੰਡਰਸਟੈਂਡ ਨਹੀਂ ਕੀਤਾ। ਸਿਰਫ ਇੱਕ ਥਾਂ ਦੇ ਉੱਤੇ ਹੀ ਇਹ ਗੱਲ ਕਹਿ ਰਹੇ ਨੇ ਕਿ ਜਿੱਥੇ ਪੀਟਰ ਡਰੰਕਰ ਕਿ ਜਿਹੜੇ ਮਨੁੱਖ ਨੇ ਉਹ ਨੈਟਵਰਕ ਹੋਣੇ ਚਾਹੀਦੇ ਨੇ, ਜਿਹੜੇ ਇੰਟੈਲੀਜੈਂਟ ਵਰਕਰਸ ਨੇ ਉਹ ਨੈਟਵਰਕ ਹੋਣੇ ਚਾਹੀਦੇ ਨੇ। ਪਰ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਸਭ ਤੋਂ ਇੰਪੋਰਟੈਂਟ ਜਿਹੜੀ ਵੈਲਿਊ ਹੈਗੀ ਆ, ਜੇ ਮਨੁੱਖ ਇੱਥੋਂ ਤੱਕ ਜਾ ਰਿਹਾ ਤਾਂ ਉਹਦੇ ਵਿੱਚ ਜਿਹੜੀ ਬੇਸਿਕ ਚੀਜ਼ ਹੈ ਉਹ ਹੈ ਕੋਆਪਰੇਸ਼ਨ, ਕੋਆਪਰੇਟਿਵ ਸਪਿਰਿਟ, ਕਿ ਇੱਕ ਦੂਸਰੇ ਦੇ ਨਾਲ ਕੋਆਪਰੇਟ ਕਰਨਾ। ਜਦੋਂ ਗੁਰੂ ਸਾਹਿਬ ਕਹਿੰਦੇ ਨੇ ਧੌਲ ਧਰਮ ਦਇਆ ਕਾ ਪੂਤ, ਇਹ ਜਿਹੜੀ ਸਾਰੀ ਸ੍ਰਿਸ਼ਟੀ ਆ, ਇਹ ਸਾਰੀ ਜਿਹਦੇ ਟਿਕਾਣੇ, ਜਿਹਦੇ ਉੱਪਰ ਇਹ ਸਾਰਾ ਕੁਝ ਟਿਕਿਆ ਹੋਇਆ, ਉਹ ਜਿਹੜੀ ਵੈਲਿਊ ਆ ਉਹ ਹੈਗੀ ਦਇਆ। ਦਇਆ ਨੂੰ ਮੈਂ ਮਤਲਬ ਦੂਸਰੇ ਤੇ ਦਇਆ ਕਰਨੇ ਨੂੰ ਐਮਪੈਥੀ ਦੇ ਰੂਪ ਦੇ ਵਿੱਚ ਦੇਖਦਾ, ਕਿ ਜਦੋਂ ਅਸੀਂ ਦੂਸਰੇ ਦੀ ਥਾਂ ਹੋ ਕੇ ਸੋਚ ਸਕੀਏ, ਜਿਹਦੀ ਖਾਤਰ ਅੱਗੇ ਜਾ ਕੇ ਆਪਾਂ ਦੇਖ ਸਕਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ ਦੂਸਰੇ ਦੇ ਦੂਸਰੇਪਣ ਲਈ। ਸੋ ਇਹ ਜਿਹੜੀ ਦੂਸਰੇ ਦੇ ਨਾਲ ਕੋਆਪਰੇਟ ਕਰਨ ਦੀ, ਜਿਹੜੀ ਉਹਦੇ ਨਾਲ ਰਲ ਕੇ ਗੱਲ ਕਰਨ ਦੀ ਜਿਹੜੀ ਸਮਰੱਥਾ ਹੈਗੀ ਆ, ਇਹਨੂੰ ਅਸੀਂ ਕਹਿੰਦੇ ਆ ਵੰਡ ਛਕਣਾ। ਇਹਦੇ ਦੋ ਰੂਪ ਆਪਾਂ ਸਾਡੇ ਸਾਹਮਣੇ ਦਿਖਾਈ ਦਿੰਦੇ ਨੇ। ਇੱਕ ਹੈਗਾ ਫੂਡ ਦੇ ਰੂਪ ਦੇ ਵਿੱਚ, ਜਿਹਨੂੰ ਲੰਗਰ ਕਹਿੰਦੇ ਆ। ਦੂਸਰਾ ਹੈ ਗਿਆਨ ਸ਼ਬਦ ਲੰਗਰ। ਸੱਤੇ ਬਲਵੰਤ ਦੇ ਰੈਫਰੈਂਸ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਿਕਰ ਆਉਂਦਾ ਕਿ ਗੁਰੂ ਨਾਨਕ ਸਾਹਿਬ ਦੁਆਰਾ ਸ਼ੁਰੂ ਕੀਤਾ ਹੋਇਆ ਲੰਗਰ ਦੀ ਪ੍ਰਥਾ ਗੁਰੂ ਅੰਗਦ ਦੇਵ ਜੀ ਵੇਲੇ ਜਾਰੀ ਰਹਿੰਦੀ ਹੈ, ਤਾਂ ਜਿਹਦੇ ਵਿੱਚ ਮਾਤਾ ਖੀਵੀ ਜੀ ਫੂਡ ਦਾ ਲੰਗਰ ਚਲਾ ਰਹੇ ਨੇ, ਤੇ ਗੁਰੂ ਅੰਗਦ ਦੇਵ ਜੀ ਦੀ ਰਹਿਨਮਾਈ ਹੇਠ ਜਿਹੜਾ ਸ਼ਬਦ ਦਾ ਲੰਗਰ ਆ, ਗਿਆਨ ਦਾ ਲੰਗਰ ਆ, ਵਿਦਿਆ ਦਾ ਲੰਗਰ ਆ, ਉਹ ਅਟੁੱਟ ਵਰਤ ਰਿਹਾ। ਇਹ ਗੁਰੂ ਪੀਰੀਅਡ ਦੇ ਦੌਰਾਨ ਇਹ ਦੋਨੋਂ ਜਿਹੜੇ ਲੰਗਰ ਨੇ ਅਟੁੱਟ ਵਰਤਦੇ ਰਹੇ ਨੇ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਰੈਫਰੈਂਸ ਨੂੰ ਦੇਖਦੇ ਹਾਂ ਤਾਂ ਇਹ ਮਹਿਸੂਸ ਹੁੰਦਾ ਕਿ ਭਾਵੇਂ ਦੋਨਾਂ ਦਾ ਮਹੱਤਵ ਬਰਾਬਰ ਆ, ਫੂਡ ਦੇ ਲੰਗਰ ਦਾ ਔਰ ਵਿਦਿਆ ਦੇ ਲੰਗਰ ਦਾ, ਪਰ ਕਿਸੇ ਹੱਦ ਤੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਦਿਆ ਦੇ ਜਾਂ ਸ਼ਬਦ ਦੇ ਲੰਗਰ ਨੂੰ ਜ਼ਿਆਦਾ ਮਹੱਤਵ ਮਿਲ ਜਾਂਦਾ। ਸੋ ਇਸ ਕਰਕੇ ਜਿਹੜਾ ਇਹ ਨਾਮ ਆ, ਉਹਦੇ ਨਾਲ ਸ਼ਬਦ ਜੁੜਦਾ। ਸ਼ਬਦ ਤੋਂ ਅੱਗੇ ਜਿਹੜੀ ਸਾਰੀ ਐਥਿਕਸ ਆ, ਇਹ ਸਾਰੇ ਕਾਸੇ ਨੂੰ ਜਿਸ ਚੀਜ਼ ਨੇ ਇੱਕ ਨੈਟਵਰਕ ਦੇ ਵਿੱਚ ਬੰਨਣਾ, ਉਹਨੂੰ ਮੈਂ ਸਮਝਦਾ ਉਹ ਹੈ ਵੰਡ ਛਕਣ ਦਾ। ਵੰਡ ਚਾਹੇ ਵੰਡ ਛਕਣ ਦੇ ਦੋ ਇੱਥੇ ਹੋਰ ਵੀ ਅਰਥ ਸਮਝਣ ਦੀ ਜ਼ਰੂਰਤ ਆ। ਵੰਡ ਛਕਣ ਦਾ ਮਤਲਬ ਸਿਰਫ ਇਹ ਨਹੀਂ ਕਿ ਜੋ ਪ੍ਰੋਡਿਊਸ ਕਰ ਲਿਆ ਉਹਦੀ ਡਿਸਟ੍ਰੀਬਿਊਸ਼ਨ ਦੇ ਵਿੱਚ ਅਸੀਂ ਉਹਦੀ ਡਿਸਟ੍ਰੀਬਿਊਸ਼ਨ ਦੀ ਵੰਡ ਸਾਂਝੇ ਤੌਰ ਤੇ ਕਰਨੀ ਹੈ। ਜੋ ਕੁਝ ਪ੍ਰੋਡਿਊਸ ਕਰਨਾ ਉਹਦੇ ਵਿੱਚ ਵੀ ਬਰਾਬਰ ਦੀ ਪਾਰਟਿਸਿਪੇਸ਼ਨ ਹੋਣੀ ਚਾਹੀਦੀ ਆ। ਜਦੋਂ ਅਸੀਂ ਲੰਗਰ ਵੱਲ ਦੇਖਦੇ ਆ ਤਾਂ ਲੰਗਰ ਇਹ ਨਹੀਂ ਕਿ ਤਿਆਰ ਕਰਨ ਤੋਂ ਬਾਅਦ ਅਸੀਂ ਸਿਰਫ ਬਰਾਬਰੀ ਦੇ ਆਧਾਰ ਤੇ ਉਹਨੂੰ ਡਿਸਟ੍ਰੀਬਿਊਟ ਕਰਨਾ, ਅਸੀਂ ਬਰਾਬਰੀ ਦੇ ਆਧਾਰ ਤੇ ਉਹਨੂੰ ਪ੍ਰੋਡਿਊਸ ਵੀ ਕਰਨਾ। ਇਹੀ ਵੱਡਾ ਫਰਕ ਆ। ਜਦੋਂ ਲੋਕ ਇਹ ਸਵਾਲ ਪੁੱਛਦੇ ਨੇ ਕਿ ਗੁਰੂ ਗੋਬਿੰਦ ਸਿੰਘ ਕੋਲ ਉਹ ਕਿਹੜਾ ਨਵਾਂ ਕਨਸੈਪਟ ਸੀ ਬਰਾਬਰੀ ਦਾ ਜਿਹੜਾ ਅਕਬਰ ਕੋਲ ਨਹੀਂ ਸੀ, ਬਹੁਤ ਸਪਸ਼ਟ ਆ ਕਿ ਅਕਬਰ ਨੇ ਲੋਕਾਂ ਨੂੰ ਅਧਿਕਾਰ ਦਿੱਤੇ ਤਾਂ ਕਿਉਂਕਿ ਜੋ ਚੀਜ਼ਾਂ ਹੈ ਉਹਨਾਂ ਦੀ ਡਿਸਟ੍ਰੀਬਿਊਸ਼ਨ, ਅਧਿਕਾਰਾਂ ਦੀ ਡਿਸਟ੍ਰੀਬਿਊਸ਼ਨ ਸਾਰਿਆਂ ਨੂੰ ਬਰਾਬਰ ਹੋਵੇ। ਪਰ ਗੁਰੂ ਗੋਬਿੰਦ ਸਿੰਘ ਨੇ ਅਧਿਕਾਰਾਂ ਦੀ ਕੰਸਟਰਕਸ਼ਨ ਦੇ ਵਿੱਚ ਵੀ ਲੋਕਾਂ ਦੀ ਬਰਾਬਰ ਦੀ ਪਾਰਟਿਸਿਪੇਸ਼ਨ ਨੂੰ ਐਨਸ਼ੋਰ ਕੀਤਾ ਸੀ। ਸੋ ਇਸ ਤਰ੍ਹਾਂ ਨਾਲ ਆਪਾਂ ਦੇਖਦੇ ਹਾਂ ਕਿ ਜਿਹੜਾ ਵੰਡ ਕੇ ਛਕਣ ਦਾ ਮਤਲਬ ਇਹ ਆ, ਉਹ ਸਿਰਫ ਇਹ ਨਹੀਂ ਕਿ ਜੋ ਹੈ ਉਹਨੂੰ
ਇਕੁਐਲਿਟੀ ਦੇ ਬਰਾਬਰੀ ਦੇ ਆਧਾਰ ਤੇ ਵੰਡ ਲਿਆ ਜਾਵੇ, ਕੰਜ਼ਿਊਮ ਕਰ ਲਿਆ ਜਾਵੇ। ਉਹਦਾ ਮਤਲਬ ਇਹ ਆ ਕਿ ਜੋ ਬਰਾਬਰੀ ਦੇ ਆਧਾਰ ਤੇ ਕੰਜ਼ਿਊਮ ਕਰਨਾ, ਉਹਦੀ ਕੰਸਟਰਕਸ਼ਨ ਵੀ ਸਾਂਝੇ ਤੌਰ ਦੇ ਉੱਤੇ ਕੀਤੀ ਜਾਵੇ, ਉਹਦੀ ਪ੍ਰੋਡਕਸ਼ਨ ਵੀ ਸਾਂਝੇ ਤੌਰ ਦੇ ਉੱਤੇ ਹੀ ਹੋਣੀ ਚਾਹੀਦੀ ਹੈ। ਤਦ ਹੀ ਅਸੀਂ ਇੱਕ ਬਰਾਬਰੀ ਦਾ ਜਿਹੜਾ ਉਹ ਕਨਸੈਪਟ ਆ ਉਹਨੂੰ ਉਹਦੀ ਕੰਪਲੀਟ ਸੈਂਸ ਦੇ ਵਿੱਚ ਅੰਡਰਸਟੈਂਡ ਕਰ ਸਕਾਂਗੇ। ਸੋ ਇਹ ਜਿਹੜੀ ਕੰਸਟਰਕਸ਼ਨ ਦੇ ਵਿੱਚ ਜਿਹੜੀ ਇਹ ਮਤਲਬ ਸਾਰਿਆਂ ਦੀ ਬਰਾਬਰ ਦੀ ਪਾਰਟਿਸਿਪੇਸ਼ਨ ਆ, ਇਹ ਹੀ ਆ ਜਿਹੜੀ ਫਿਰ ਇਹ ਜਿਹੜੇ ਲੋਕ ਨੇ ਜਿਹੜੇ 21ਵੀਂ ਸਦੀ ਦੀ ਕੰਸਟਰਕਸ਼ਨ ਦੀ ਗੱਲ ਕਰਦੇ ਨੇ ਨੌਲੇਜ ਦੇ ਆਧਾਰ ਤੇ, ਉਹਨੂੰ ਇਹ ਦੇਖ ਰਹੇ ਨੇ। ਪਰ ਇਹ ਉਹੀ ਗੱਲ ਆ ਜਿਹੜੀ ਅੱਜ ਤੋਂ 450 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਕਰਤਾਰਪੁਰ ਦੇ ਵਿੱਚ ਇਹ ਸਾਨੂੰ ਦੇ ਗਏ ਸੀ। ਫਿਰ ਅਗਲਾ ਮੈਂ ਸਮਝਦਾ ਕਿ ਜਿਹੜਾ ਕਨਸੈਪਟ ਜਿਹੜਾ ਆਪਾਂ ਲੈ ਰਹੇ ਸੀ ਉਹ ਸੀ ਓਪਨ ਸੁਸਾਇਟੀ ਦਾ। ਓਪਨ ਸੁਸਾਇਟੀ ਦਾ ਮਤਲਬ ਇਹ ਆ ਕਿ ਭਾਵੇਂ ਇਹ ਜੁੜਿਆ ਵੰਡ ਕੇ ਛਕਣ ਦੇ ਨਾਲ ਹੀ ਹੋਇਆ, ਇਹਦੇ ਵਿੱਚ ਜਿਹੜਾ ਮਹੱਤਵ ਆ ਉਹ ਮੇਨਲੀ ਆ ਕੇ ਫੋਕਸ ਹੋ ਜਾਂਦਾ ਸੰਵਾਦ ਦੇ ਉੱਤੇ। ਗੁਰੂ ਨਾਨਕ ਸਾਹਿਬ ਇੱਕ ਐਸੀ ਸੁਸਾਇਟੀ ਦੀ ਕਲਪਨਾ ਕਰ ਰਹੇ ਸੀ ਕਰਤਾਰਪੁਰ ਸਾਹਿਬ ਦੇ ਵਿੱਚ, ਜਿੱਥੇ ਉਹ ਐਸੀ ਇੱਕ ਓਪਨ ਸੁਸਾਇਟੀ ਹੋਵੇ ਜਿਹਦੇ ਵਿੱਚ ਸੰਵਾਦ ਦਾ ਮਹੱਤਵ ਸਭ ਤੋਂ ਵੱਧ ਹੋਵੇ, ਕਿ ਕੁਝ ਸੁਣਿਆ ਜਾ ਸਕੇ, ਕੁਝ ਦੱਸਿਆ ਜਾ ਸਕੇ, ਕਿ ਸੁਣੀਏ ਕੁਝ ਕਹੀਏ। ਸੋ ਇਸੇ ਕਰਕੇ ਇੱਥੋਂ ਹੀ ਮੈਂ ਕਹਿੰਦਾ ਇਹਦੇ ਵਿੱਚ ਜਿਹੜਾ ਸਭ ਤੋਂ ਇੰਪੋਰਟੈਂਟ ਜਿਹੜਾ ਆਸਪੈਕਟ ਜਿਹੜਾ ਸਟੱਡੀ ਕਰਨ ਲਈ ਸਾਡੇ ਲੋੜ ਹੈਗੀ ਆ, ਉਹ ਹੈਗੀ ਸਿੱਧ ਗੋਸ਼ਟ ਦੀ। ਜਿਹੜਾ ਸਿੱਧ ਗੋਸ਼ਟ ਦਾ ਮਾਡਲ ਆ ਉਹ ਸਾਡੇ ਸਾਹਮਣੇ ਇੱਕ ਓਪਨ ਸੁਸਾਇਟੀ ਦਾ ਕਨਸੈਪਟ ਲੈ ਕੇ ਆਉਂਦਾ, ਜਿੱਥੇ ਅਲੱਗ ਤਰ੍ਹਾਂ ਦੇ ਸੋਚ ਰੱਖਣ ਵਾਲੇ ਲੋਕ ਪਾਰਟਿਸਿਪੇਟ ਕਰ ਸਕਦੇ ਨੇ। ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿਰਫ ਇੱਕੋ ਤਰ੍ਹਾਂ ਦੀ ਸੋਚ ਦੇ ਲੋਕ ਨਹੀਂ ਹੈਗੇ, ਉੱਥੇ ਵਿਭਿੰਨ ਸੋਚਾਂ ਵੀ ਨੇ। ਜੋ ਕੁਝ ਫਰੀਦ ਸਾਹਿਬ ਕਹਿ ਰਹੇ ਨੇ ਕਿ ਉਹ ਹਰ ਸਿੱਖ ਪਰਿਵਾਰ ਕਰੇਗਾ। ਸੋ ਜਿਹੜੀ ਇਹ ਵੱਖਰਤਾ, ਜਿਹੜੀ ਇਹ ਅਦਰਨੈਸ ਆ, ਮੈਂ ਇਹਦੇ ਤੇ ਇੱਕ ਸੈਕੰਡ ਲਈ ਬੋਲਣਾ ਚਾਹੁੰਦਾ। ਅਸੀਂ ਬਹੁਤ ਵਾਰ ਇਹ ਸੋਚਣ ਲੱਗ ਜਾਂਦੇ ਆ ਕਿ ਸਾਰਾ ਕੁਝ ਇੱਕੋ ਜਿਹਾ ਹੋਣਾ ਚਾਹੀਦਾ, ਸੇਮਨੈਸ ਨੂੰ ਮਹੱਤਵ ਦੇਣ ਲੱਗ ਜਾਂਦੇ ਆ। ਹਾਲਾਂਕਿ ਜਦੋਂ ਜਿੰਨੀ ਸਾਡੀ ਪੜ੍ਹਾਈ ਹੋਈ ਹੁੰਦੀ ਆ ਸਾਇੰਸ ਦੀ, ਉਹਦੇ ਵਿੱਚ ਵੀ ਅਸੀਂ ਜਾਣ ਲਿਆ ਹੁੰਦਾ ਕਿ ਸੇਮਨੈਸ ਦਾ ਮਤਲਬ ਡੈਥ ਹੁੰਦਾ। ਜਦੋਂ ਸਾਰਾ ਕੁਝ ਇਕੁਇਲਿਬਰੀਅਮ ਚ ਆ ਜਾਂਦਾ, ਸਾਰਾ ਕੁਝ ਇੱਕੋ ਜਿਹਾ ਹੋ ਜਾਂਦਾ, ਤਾਂ ਅਸੀਂ ਕਹਿੰਦੇ ਆ ਕਿ ਡੈਥ ਹੈਪਨ ਹੋ ਗਈ। ਹੀਟ ਡੈਥ ਵੀ ਅਸੀਂ ਇਹਨੂੰ ਕਹਿੰਦੇ ਆ। ਪਰ ਦੂਸਰੇ ਪਾਸੇ ਜਦੋਂ ਲਵ ਲੌਕ ਨੂੰ ਇਹ ਕਿਹਾ ਗਿਆ ਕੋਈ ਐਸਾ ਇਕਵਿਪਮੈਂਟ ਤਿਆਰ ਕਰਨ ਲਈ ਜਿਹੜਾ ਜਦੋਂ ਸਪੇਸਸ਼ਿਪ ਜਾਏਗਾ ਦੂਸਰੇ ਗ੍ਰਹਿਾਂ ਤੇ, ਉੱਥੇ ਉਹ ਚੈੱਕ ਕਰ ਸਕੇ ਕਿ ਕੀ ਇੱਥੇ ਲਾਈਫ ਹੈ ਜਾਂ ਨਹੀਂ ਹੈ, ਤਾਂ ਬਹੁਤ ਲੰਮੇ ਇਹਦੇ ਉੱਤੇ ਸੋਚ ਵਿਚਾਰ ਤੋਂ ਬਾਅਦ ਉਹਨੇ ਕਿਹਾ ਕਿ ਇਹ ਜੀ ਮਸ਼ੀਨ ਦੀ ਕੋਈ ਲੋੜ ਨਹੀਂ ਹੈ। ਜਦੋਂ ਅਸੀਂ ਆਪਣੇ ਜਿਹੜਾ ਸਪੈਕਟਰਮ ਆ ਲਾਈਟ ਦਾ, ਉਹ ਤੋਂ ਟੈਸਟ ਕਰ ਸਕਾਂਗੇ ਕਿ ਕਿਸ ਗ੍ਰਹਿ ਦੇ ਉੱਤੇ ਇਕੁਇਲਿਬਰੀਅਮ ਹੈ, ਕਿਸ ਤੇ ਨਹੀਂ ਹੈ। ਜਿੱਥੇ ਇਕੁਇਲਿਬਰੀਅਮ ਨਹੀਂ ਹੈ, ਇਕਸਾਰਤਾ ਨਹੀਂ ਹੈ, ਉੱਥੇ ਲਾਈਫ ਹੈ। ਕਿਉਂਕਿ ਇਕਸਾਰਤਾ ਜਿੱਥੇ ਨਹੀਂ ਹੈ, ਉਸ ਮਤਲਬ ਫਾਰ ਫਰੋਮ ਇਕੁਇਲਿਬਰੀਅਮ ਸਟੇਟ ਨੂੰ ਹੋਂਦ ਵਿੱਚ ਲਿਆਉਣ ਲਈ ਲਾਈਫ ਹੀ ਇੱਕੋ ਇੱਕ ਸੋਰਸ ਹੈ। ਸੋ ਇਸ ਕਰਕੇ ਜਦੋਂ ਅਸੀਂ ਕੁਝ ਵੀ ਵੈਸੇ ਵੀ ਅਸੀਂ ਆਪਣੇ ਅੱਜ ਦੇ ਉਹਦੇ ਤੋਂ ਦੇਖੀਏ ਕਿ ਜਿਹੜਾ ਅਦਰ ਆ, ਜੇ ਅਸੀਂ ਉਹਨੂੰ ਇੱਕ ਵਾਇਰਸ ਵੀ ਮੰਨ ਲਈਏ, ਉਹ ਵਾਇਰਸ ਸਾਡੇ ਸਰੀਰ 'ਚ ਐਂਟਰ ਕਰਦਾ, ਸਾਡੀ ਬਾਡੀ ਐਂਟੀਬਾਡੀਜ਼ ਪ੍ਰੋਡਿਊਸ ਕਰਦੀ ਆ, ਉਹਨਾਂ ਦੇ ਨਾਲ ਸੰਘਰਸ਼ ਕਰਦੀ ਆ, ਉਹਦੇ ਨਾਲ ਲੜਾਈ ਕਰਦੀ ਆ, ਔਰ ਉਹਨੂੰ ਅਲਟੀਮੇਟਲੀ ਉਹਦੇ ਤੇ ਫਤਿਹ ਪ੍ਰਾਪਤ ਕਰ ਲੈਂਦੀ ਆ, ਤੇ ਉਹਦੇ ਰਾਹੀਂ ਆਪਣੇ ਆਪ ਦੇ ਵਿੱਚ ਚੇਂਜ ਲਿਆਉਂਦੀ ਆ, ਆਪਣੇ ਆਪ ਨੂੰ ਜ਼ਿਆਦਾ ਸਟਰੋਂਗ ਕਰ ਲੈਂਦੇ ਆ। ਇਸੇ ਕਰਕੇ ਕਹਿੰਦੇ ਬੱਚਿਆਂ ਦੇ ਵਿੱਚ ਇਮਿਊਨਿਟੀ ਘੱਟ ਹੁੰਦੀ ਹੈ, ਸਾਡੇ 'ਚ ਵਧੀਆ। ਇੱਕ ਇਮਿਊਨ ਸੁਸਾਇਟੀ, ਇੱਕ ਹੈਲਦੀ ਸੁਸਾਇਟੀ ਹੁੰਦੀ ਆ। ਇਹਦੇ ਮੁਕਾਬਲੇ ਜਦੋਂ ਅਸੀਂ ਕਹਿੰਦੇ ਆ ਕਿ ਇਮਿਊਨ ਸਿਸਟਮ ਖਤਮ, ਮਤਲਬ ਅਸੀਂ ਆਪਣੇ ਵਰਗਾ ਹੀ ਉਹਦੇ 'ਚ ਜੋੜੀ ਜਾਈਏ ਸਾਰਾ ਕੁਝ, ਤਾਂ ਅਸੀਂ ਓਬੈਸਿਟੀ ਦੀ ਸਿਚੁਏਸ਼ਨ 'ਚ ਚਲੇ ਜਾਂਦੇ ਹਾਂ। ਸੋ ਜਦੋਂ ਅਸੀਂ ਅੱਜ ਦੀ ਸੁਸਾਇਟੀ ਵੱਲ ਦੇਖਦੇ ਹਾਂ, ਜਿੱਥੇ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਆਪਣੇ ਵਰਗੇ ਲੋਕ ਹੀ ਪੈਦਾ ਕਰਨੇ ਨੇ, ਜਿਹਦੇ ਵਿੱਚ ਬਹੁਤ ਵੱਡਾ ਡਿਜੀਟਲ ਟੈਕਨੋਲੋਜੀ ਦਾ ਰੋਲ ਆ, ਤਾਂ ਮੈਂ ਸਮਝਦਾ ਕਿ ਅਸੀਂ ਇੱਕ ਇਮਿਊਨ ਸੁਸਾਇਟੀ ਤੋਂ ਇੱਕ ਓਬੈਸਿਟੀ ਵਰਗੀ ਇੱਕ ਫੈਟ ਸੁਸਾਇਟੀ ਵੱਲ ਨੂੰ ਵੱਧ ਰਹੇ ਹਾਂ, ਜਿਹੜੀ ਕਿ ਆਪਣੇ ਆਪ ਦੇ ਵਿੱਚ ਬਹੁਤ ਡੇਂਜਰਸ ਚੀਜ਼ ਆ। ਤੇ ਜਿਹੜੀ ਗਰੋਥ ਆ, ਜਿਹੜੀ ਡਿਵੈਲਪਮੈਂਟ ਆ, ਉਹ ਸਿਰਫ ਤੇ ਸਿਰਫ ਅਦਰ ਦੇ ਨਾਲ ਹੀ ਪੋਸੀਬਲ ਹੈਗੀ ਆ। ਜਿਹੜੀ ਸਾਡੀ ਆਈਡੈਂਟਿਟੀ ਆ, ਉਹ ਅਦਰ ਤੋਂ ਬਿਨਾਂ ਕ੍ਰੀਏਟ ਹੀ ਨਹੀਂ ਹੋ ਸਕਦੀ।
सो इसे करके जिहड़ा गुरु साहब ने बहुत ज्यादा महत्व दिता वो संवाद नूं दिता, अदरनैस नूं दिता। गुरु तेग बहादुर ने दूसरे दे दूसरेपन लई शहादत दिती ते गुरु नानक साहब ने उस दूसरे लई संवाद की प्रथा उन्होंने बहुत ज्यादा स्ट्रॉन्ग किया। सो ये संवाद जिहड़ा कि ओपननैस का हैगा। एक जिहड़ी होर चीज मैं समझदा कि जरूरी है वो है इनकलूसिव सोसाइटी, जिहड़ी फिर ये जिहड़े नहीं सी कर सके, लेकिन हुण रीसेंटली उहदे वल दुनिया का ध्यान जा रहा। पर अगेन ये गुरु नानक साहब उस वेले साडे कोल ऐसी इनकलूसिव सोसाइटी नूं मैं फिर थोड़ा जिहा वाइडन करना चाहांगा कि इनकलूसिव सोसाइटी दे विच असीं सिर्फ बंदे लै लैंदे, वध तो वध की करदे आ कि नहीं यार बंदे मेल नहीं, इहदे विच विमन भी बराबर की पार्टिसिपेट करें, ਉਹਦੀ भी बराबर शमूलीयत होवे। फिर असी वध तो वध करदे हां दलितां दी होवे, असी दबे कुचलियां दी होवे, असी गरीब गुरबियां दी होवे, इत्थों तक सोचते हैं। पर असी ये नहीं सोचते कि इहदे विच कुदरत की शमूलीयत भी उन्नी जरूरी है, जीव जंतुओं की शमूलीयत भी उन्नी जरूरी है, पहाड़ां ते दरियावां की शमूलीयत भी उन्नी जरूरी है, जंगलों की शमूलीयत भी उन्नी जरूरी है। इसे करके तो गुरु साहब कहते हैं पवन गुरु पानी पिता माता धरत महत, कि तुसीं जिहड़ी ये इनकलूसिवनैस आ इहदे विच सिर्फ मैनकाइंड ही नहीं शामिल करनी, इहदे विच तुसीं टोटल जिहड़ी नेचर आ कुदरत आ उहनूं भी बराबर की शमूलीयत देनी है, उहदा भी ध्यान रखना। जे असीं ये सोच पहलां सोची हुंदी जां गुरु साहब की इस सोच के उत्ते अमल किया हुंदा तां कि असीं जिहनूं असीं गुरु कहने आ, जिसनूं असीं माता कहने आ, जिसनूं असीं पिता कहने आ, पवन गुरु पानी पिता माता धरत महत, तां उस पानी उस धरती उस सारे कासे नूं असीं इस तरह ट्रीट करते, असीं नहीं सी करना। ते ये जिहड़ा क्राइसिस आ जिहड़ा फॉसल फ्यूल तो बाद इस तरह असीं देख रहे हैं, ये शायद असीं क्राइसिस दे विच फसदे ही नहीं, क्योंकि सानू आदत आ सिर्फ जिहड़ा पच्छम वो सानू की दस रहा उत्थों तक अपने आप नूं सीमित करन दी। अगर असीं ये इनकलूसिवनैस दे कॉन्सैप्ट नूं मतलब गुरु नानक साहब के पीरियड तो जिहड़ा साडे कोल आया होया उसे नूं अंडरस्टैंड कीता हुंदा तां असीं इस इन्ने वड्डे इस वेले दुनिया का जिहड़ा सब तो वड्डा चैलेंज आ वो एनवायरनमेंट का चैलेंज है, वो सानू फेस ही नहीं सी करना पैना जे असीं अपने जिहड़ा मॉडल है डेवलपमेंट का जां ग्रोथ का उन्हें एक इनकलूसिव ऐसे इनकलूसिव कॉन्सैप्ट के उत्ते बेस किया हुंदा जिहदे विच सिर्फ मनुख ही नहीं जिहदे विच कुदरत भी शामिल होंदी। एक मैं फिर ये होर ऐड करना चाहना कि कली मनुख ते कुदरत ही नहीं, बहुत बार तुहानूं गुरबाणी दे विचों मिलेगा कि जिहड़े टूल्स ने साडे टूल्स नूं मैं जे हुण एक शब्द लई वरतना मैं मशीन शब्द वरत लेना कि सानूं मतलब मशीन की पार्टिसिपेशन भी उन्नी इंपॉर्टेंट हो गई है। मनुख सिर्फ मनुख नाल काम नहीं करता, उहदे नाल कोआपरेट नहीं करता, मनुख सिर्फ कुदरत नाल कोआपरेट नहीं करता, मनुख ने मशीन नाल भी कोआपरेट करना। जिन्नी देर तक मनुख मशीन ते कुदरत नाल कोआपरेट नहीं करेगा ना ही उहदी डेवलपमेंट इनकलूसिव होएगी ते ना ही उहदी जिहड़ी डेवलपमेंट आ वो सस्टेनेबल होएगी। सो ये जिहड़े कॉन्सैप्ट ने ये किसी ने सानू नहीं दिते, ये उस टाइम तो साडे नाल नाल तुर रहे ने, असीं सिर्फ इन्हां कॉन्सैप्ट नूं पढ़ लैंदे आ सुन लैंदे आ पर विचारिया नहीं ते ना ही कदे डेवलपमेंटल मॉडल्स दे विच इन्हां नूं इनकॉर्पोरेट करन दी कोशिश की है। सो ये मैं समझदा कि साडे मेन कॉन्सैप्ट ने जिहड़े गुरु ग्रंथ साहब ने ऐड कीते ने साडा जिहड़ा ये 4-5 जिहड़े कॉन्सैप्ट सानू वैस्ट ने दिते ने ਉਹਦੇ ਵਿੱਚ मैं इन्होंने फिर दोबारा सारण करना बहुत इंपॉर्टेंट आ किरत कमाई का कॉन्सैप्ट, बहुत इंपॉर्टेंट आ नाम जपण का इंपॉर्टेंट, क्योंकि नाम जपण के कॉन्सैप्ट नूं अंडरस्टैंड करे बिना असीं ये समझ ही नहीं सकते कि हथ दे रिप्लेस होने तो बाद जां दिमाग दे रिप्लेस होने तो बाद मनुख की किहड़ी शक्ति आ जिहड़ी ओहनूं सारी दुनिया दे उत्ते जां सारी दुनिया दे विच जिवें कि कहा जा रहा कि कॉन्शियसनैस सारी दुनिया सारी सृष्टि नूं कॉन्शियस बनाउण दे विच जिहड़ी रोल प्ले करेगी भविख दे विच जिहड़ा मानव जाति दा जां ह्यूमन दा मिलियंस जिहड़े करोड़ां नहीं अरबां साल दा जिहड़ा भविख आ ओहनूं तय करेगा वो नाम जपण दी टैक्नोलॉजी आ।
ਇਸੇ ਤਰ੍ਹਾਂ ਨਾਲ ਵੰਡ ਛਕਣ ਦੀ ਜਿਹੜੀ ਸਾਡੀ ਹੈਗੀ ਆ ਕਿ ਕਿਵੇਂ ਅਸੀਂ ਕੋਆਪਰੇਟ ਕਰਨਾ ਇੱਕ ਦੂਸਰੇ ਨਾਲ। ਕੋਆਪਰੇਟ ਫਿਰ ਇੱਥੇ ਜਿਵੇਂ ਵੰਡ ਛਕਣ ਨੂੰ ਕਿਹਦੇ ਨਾਲ, ਮਨੁੱਖਾਂ ਨੇ ਆਪਸ ਵਿੱਚ ਹੀ, ਮਨੁੱਖਾਂ ਨੇ ਮਸ਼ੀਨਾਂ ਨਾਲ, ਮਸ਼ੀਨਾਂ ਨੇ ਮਸ਼ੀਨਾਂ ਨਾਲ, ਮਸ਼ੀਨਾਂ ਨੇ ਕੁਦਰਤ ਨਾਲ, ਮਨੁੱਖ ਨੇ ਕੁਦਰਤ ਨਾਲ, ਇਹ ਸਾਰਿਆਂ ਨੇ ਇੱਕ ਦੂਸਰੇ ਨੂੰ ਇੱਕ ਨੈਟਵਰਕ ਦੇ ਵਿੱਚ ਭੱਜ ਕੇ ਇਹ ਵੰਡ ਛਕਣ ਦੇ ਕਨਸੈਪਟ ਨੂੰ ਕਰਨਾ। ਇਸੇ ਤਰ੍ਹਾਂ ਸੰਵਾਦ ਦਾ ਕਨਸੈਪਟ ਆ, ਇਸੇ ਤਰ੍ਹਾਂ ਇਨਕਲੂਸਿਵ ਕਨਸੈਪਟ ਹੈਗਾ। ਹੁਣ ਅਸੀਂ ਫਾਈਨਲੀ ਇਹ ਜਿਹੜਾ ਸਾਰਾ ਹੈਗਾ ਇਹਦੇ ਤੇ ਪਹੁੰਚਾਂਗੇ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਲਰਨਿੰਗ ਸੁਸਾਇਟੀ। ਗੁਰੂ ਸਾਹਿਬ ਨੇ ਜਿਹੜੀ ਕਰਤਾਰਪੁਰ ਦੇ ਵਿੱਚ ਸੁਸਾਇਟੀ ਕ੍ਰੀਏਟ ਕੀਤੀ, ਉਹਨੂੰ ਮੈਂ ਸਮਝਦਾ ਕਿ ਜੇ ਕੋਈ ਨਾਮ ਦਿੱਤਾ ਜਾ ਸਕਦਾ ਉਹ ਹੈ ਲਰਨਿੰਗ ਸੁਸਾਇਟੀ। ਇਹ ਸਾਰੇ ਕਨਸੈਪਟਸ ਦੇ ਉੱਤੇ ਬੇਸ ਕਰਕੇ ਲਰਨਿੰਗ ਨੂੰ ਗੁਰੂ ਸਾਹਿਬ ਨੇ ਕੀ ਕਿਹਾ ਸੀ? ਸਿੱਖਿਆ। ਸਿੱਖਿਆ ਮੈਨੂੰ ਮੇਰੇ ਤੁਕ ਭੁੱਲ ਗਈ। ਜਿਹੜੀ ਸਿੱਖਿਆ, ਇੱਥੋਂ ਹੀ ਤਾਂ ਸਿੱਖ ਬਣਿਆ। ਅਸੀਂ ਕੋਈ ਹੋਰ ਸੁਸਾਇਟੀ ਨਹੀਂ ਹੈ, ਅਸੀਂ ਇਹਨਾਂ ਸਾਰਿਆਂ ਜਿਹੜੀਆਂ ਧਾਰਨਾਵਾਂ ਦੇ ਉੱਤੇ ਟਿਕੀ ਹੋਈ ਇੱਕ ਲਰਨਿੰਗ ਸੁਸਾਇਟੀ ਆ। ਸੋ ਇਹ ਜਿਹੜੀ ਜਿੰਨੀ ਦੇਰ ਤੱਕ ਅਸੀਂ ਜਿਵੇਂ ਸ਼ੁਰੂ ਚ ਗੱਲ ਕੀਤੀ ਸੀ ਕਿ ਲਰਨਿੰਗ ਦਾ ਮਤਲਬ ਇਹ ਨਹੀਂ ਹੈ ਕਿ ਲਰਨਿੰਗ ਨੂੰ ਸਿਰਫ ਯੂਨੀਵਰਸਿਟੀਆਂ ਜਾਂ ਸਕੂਲਾਂ ਕਾਲਜਾਂ ਤੱਕ ਸੀਮਿਤ ਕਰ ਦਿੱਤਾ ਜਾਵੇ। ਲਰਨਿੰਗ ਨੂੰ ਮੈਂ ਥੋੜਾ ਜਿਹਾ ਮਤਲਬ ਇਹਨੂੰ ਸਮਝਣ ਲਈ ਥੋੜਾ ਜਿਹਾ ਹੋਰ ਇੱਕ ਐਗਜ਼ਾਮਪਲ ਲੈ ਕੇ ਗੱਲ ਕਰਾਂਗਾ। ਆਪਾਂ ਇੱਕ ਥਾਂ ਤੋਂ ਦੂਸਰੀ ਥਾਂ ਜਾਣਾ ਹੁੰਦਾ ਤਾਂ ਅਸੀਂ ਪਹਿਲਾਂ ਰਾਹ ਪੁੱਛ ਲੈਂਦੇ ਸੀ ਕਿ ਮੈਂ ਫਲਾਨੀ ਥਾਂ ਜਾਣਾ ਤੇ ਦੱਸੋ। ਮੈਂ ਸਾਰੇ ਰਸਤੇ ਪੁੱਛਦਾ ਦਿੱਲੀ ਜਾਂ ਜਿੱਥੇ ਵੀ ਜਾਣਾ ਪਹੁੰਚ ਜਾਂਦਾ ਸੀ, ਜਾਂ ਦਿੱਲੀ ਦੇ ਕਿਸੇ ਥਾਂ ਤੇ ਪਹੁੰਚਣਾ ਸੀ। ਹੌਲੀ ਹੌਲੀ ਕੀ ਹੋ ਗਿਆ ਕਿ ਉਹ ਨਕਸ਼ੇ ਮੇਰੇ ਕੋਲ ਆ ਗਏ। ਮੈਂ ਉਸ ਸਿਰਫ ਮੈਪ ਦੇ ਉੱਤੇ ਦੇਖਣਾ ਤੇ ਉਹ ਹੌਲੀ ਹੌਲੀ ਉੱਥੇ ਚਲੇ ਜਾਣਾ। ਇਹ ਦੂਸਰਾ ਸਟੇਜ ਸੀ। ਤੀਸਰੀ ਸਟੇਜ ਤੇ ਕੀ ਹੋਇਆ ਕਿ ਉਹ ਨਕਸ਼ਾ ਮੇਰੇ ਮੋਬਾਈਲ 'ਚ ਆ ਗਿਆ, ਜਿਹਨੂੰ ਮੈਂ GPS ਕਹਿੰਦਾ। GPS ਮੈਨੂੰ ਗਾਈਡ ਕਰਦਾ ਰਿਹਾ, ਖੱਬੇ ਮੁੜ ਜਾ, ਸੱਜੇ ਮੁੜ ਜਾ, ਇੱਧਰ ਚਲਾ ਜਾ, ਇੱਧਰ ਚਲ ਜਾ, ਮੈਂ ਆਪਣੇ ਉੱਥੇ ਪਹੁੰਚ ਜਾਣਾ। ਹੁਣ ਇਸ ਤੋਂ ਵੀ ਅਗਲੀ ਸਟੇਜ ਤੇ ਅਸੀਂ ਪਹੁੰਚ ਚੁੱਕੇ ਹਾਂ ਕਿ ਅਸੀਂ ਹੁਣ ਇਹ ਦੇਖਦੇ ਹਾਂ ਕਿ ਸਾਡੀ ਜਿਹੜੀਆਂ ਕਾਰਾਂ ਨੇ ਆਉਣ ਵਾਲੇ ਟਾਈਮ 'ਚ, ਜਿਹੜੀਆਂ ਬਹੁਤ ਥਾਂ ਤੇ ਆ ਚੁੱਕੀਆਂ, ਸਾਡੇ ਕੋਲ ਸ਼ਾਇਦ ਹਾਲੇ ਕੋਲ ਟਾਈਮ ਲੱਗ ਸਕਦਾ। ਉਹ ਇਹ ਆ ਕਿ ਕਾਰ ਨੂੰ ਸਿਰਫ ਤੁਸੀਂ ਦੱਸਣਾ ਕਿ ਮੈਂ ਫਲਾਨੀ ਥਾਂ ਤੇ ਪਹੁੰਚਣਾ, ਉਹ ਆਪਣੇ ਆਪ ਤੁਹਾਨੂੰ ਉੱਥੇ ਲੈ ਜਾਏਗੀ। ਮੀਨਸ ਤੁਸੀਂ ਮਸ਼ੀਨ ਦੇ ਅੰਦਰ ਹੀ ਜਿਹੜੀ ਗਿਆਨ ਆ ਉਹ ਐਮਬੈਡ ਕਰ ਦਿੱਤਾ, ਇਨਫੋਰਮੇਸ਼ਨ ਉੱਥੇ ਹੀ ਐਮਬੈਡ ਕਰ ਦਿੱਤੀ ਆ। ਸੋ ਇਸ ਤਰ੍ਹਾਂ ਨਾਲ ਮੈਂ ਸਮਝਦਾ ਕਿ ਲਰਨਿੰਗ ਸੁਸਾਇਟੀ ਉਹ ਆ, ਗਿਆਨ ਆਧਾਰਿਤ ਸੁਸਾਇਟੀ ਉਹ ਆ ਜਿਹਦੇ ਵਿੱਚ ਅਸੀਂ ਗਿਆਨ ਨੂੰ ਲੋਕਾਂ ਦੇ ਅੰਦਰ, ਆਮ ਲੋਕਾਂ ਦੇ ਅੰਦਰ ਐਮਬੈਡ ਕਰਦੇ। ਇਹ ਵੀ ਇਨਕਲੂਸਿਵਨੈਸ ਦੀ ਗੱਲ ਹੈ। ਗਿਆਨ ਸਿਰਫ ਕੁਝ ਲੋਕਾਂ ਤੱਕ ਸੀਮਿਤ ਨਾ ਰਹਿ ਜਾਵੇ, ਯੂਨੀਵਰਸਿਟੀਆਂ ਤੱਕ ਸੀਮਿਤ ਨਾ ਰਹਿ ਜਾਵੇ, ਕਿਤਾਬਾਂ ਤੱਕ ਸੀਮਿਤ ਨਾ ਰਹਿ ਜਾਵੇ, ਪੇਪਰਸ ਤੱਕ ਸੀਮਿਤ ਨਾ ਰਹਿ ਜਾਵੇ। ਉਹ ਲੋਕਾਂ ਦੇ ਅੰਦਰ ਵਿਦਮਾਨ ਹੋਵੇ, ਉਹਨਾਂ ਦੇ ਲੋਕਾਂ ਦੇ ਅੰਦਰ ਪ੍ਰਗਟ ਕਰੇ। ਸੋ ਇਸ ਤਰ੍ਹਾਂ ਜਿਹੜੀ ਇੱਕ ਲਰਨਿੰਗ ਸੁਸਾਇਟੀ ਆ, ਮੈਂ ਸਮਝਦਾ ਜਿਹੜੀ ਇਹਦੀ ਸਥਾਪਨਾ ਹੈਗੀ ਆ, ਇਹ ਗੁਰੂ ਨਾਨਕ ਸਾਹਿਬ ਦਾ ਕਰਤਾਰਪੁਰ ਦਾ ਮੈਸੇਜ ਸੀ ਕਿ ਕਿਰਤ ਕਰਨ, ਨਾਮ ਜਪਣ, ਵੰਡ ਛਕਣ, ਇਹਦੇ ਉੱਪਰ ਆਧਾਰਿਤ ਓਪਨ ਤੇ ਇਨਕਲੂਸਿਵ ਲਰਨਿੰਗ ਸੁਸਾਇਟੀ ਦੀ ਜਿਹੜੀ ਸਥਾਪਨਾ, ਇਹ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਸੀ। ਇਹੀ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਆ ਸਾਡੇ ਲਈ ਕਿ ਅਸੀਂ ਆਉਣ ਵਾਲੇ ਭਵਿੱਖ ਵਾਸਤੇ ਕਿਸ ਕਿਸਮ ਦੀ ਸੁਸਾਇਟੀ ਦਾ ਨਿਰਮਾਣ ਕਰਨਾ, ਉਹ ਕਰਤਾਰਪੁਰ ਦਾ ਮੈਸੇਜ ਆ। ਇਹ ਸੁਸਾਇਟੀ ਸਿਰਫ ਸਿੱਖਾਂ ਲਈ ਨਹੀਂ ਹੈ। ਇਹ ਗੱਲ ਵੀ ਸਾਨੂੰ ਬਹੁਤ ਧਿਆਨ ਦੇਣ ਦੀ ਲੋੜ ਆ ਕਿ ਜਿਵੇਂ ਜਗਤ ਗੁਰੂ ਨਾਨਕ ਯੂਨੀਵਰਸਿਟੀ ਦਾ ਨਾਮ ਹੈਗਾ, ਇਹ ਇਸੇ ਸੋਚ ਨੂੰ ਧਿਆਨ 'ਚ ਰੱਖ ਕੇ ਕੀਤਾ ਸੀ ਕਿ ਗੁਰੂ ਨਾਨਕ ਦੀ ਸੋਚ ਸਿਰਫ ਸਿੱਖਾਂ ਲਈ ਨਹੀਂ ਹੈ। ਗੁਰੂ ਨਾਨਕ ਦਾ ਮੈਸੇਜ ਸਿਰਫ ਸਿੱਖਾਂ ਲਈ ਨਹੀਂ ਹੈ। ਗੁਰੂ ਨਾਨਕ ਦਾ ਮੈਸੇਜ ਸਮੁੱਚਤਾ ਲਈ ਹੈ। ਉਸ ਸਮੁੱਚਤਾ ਦੇ ਵਿੱਚ ਮਨੁੱਖ ਵੀ ਸ਼ਾਮਲ ਆ, ਉਸ ਸਮੁੱਚਤਾ ਦੇ ਵਿੱਚ ਕੁਦਰਤ ਵੀ ਸ਼ਾਮਲ ਆ, ਉਸ ਮਨੁੱਖ ਦੇ ਵਿੱਚ, ਉਸ ਮੈਸੇਜ ਦੇ ਵਿੱਚ ਮਸ਼ੀਨ ਵੀ ਸ਼ਾਮਲ ਆ। ਸੋ ਇਸ ਤਰ੍ਹਾਂ ਨਾਲ ਅਸੀਂ ਇਨਕਲੂਸਿਵ ਤੌਰ ਤੇ ਜਦੋਂ ਸੋਚਾਂਗੇ,
ਔਰ ਸੁਸਾਇਟੀ ਦਾ ਇਸ ਤਰ੍ਹਾਂ ਨਾਲ ਨਿਰਮਾਣ ਕਰਾਂਗੇ। ਮੈਂ ਸਮਝਦਾ ਉਦੋਂ ਹੀ ਅਸੀਂ ਗੁਰੂ ਨਾਨਕ ਸਾਹਿਬ ਦੇ ਕਰਤਾਰਪੁਰ ਦੇ ਮੈਸੇਜ ਨੂੰ ਡੀਕੋਡ ਕਰ ਸਕਾਂਗੇ। ਧੰਨਵਾਦ। ਧੰਨਵਾਦ ਸਰਦਾਰ ਅਮਰਜੀਤ ਸਿੰਘ ਗਰੇਵਾਲ ਜੀ। ਬੜੇ ਮੁੱਖ ਤੌਰ ਦੇ ਉੱਤੇ ਜਿਹੜੇ ਤੁਸੀਂ ਇਸ਼ੂ ਅਰੇਜ਼ ਕੀਤੇ ਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਜੋ ਕੁਦਰਤ ਨੂੰ ਭੁੱਲ ਰਹੇ ਹਾਂ, ਪਵਨ ਗੁਰੂ ਪਾਣੀ ਪਿਤਾ ਦੇ ਸਿਧਾਂਤ ਨੂੰ ਭੁੱਲ ਰਹੇ। ਜਦੋਂ ਮੈਂ ਸਿੱਖੀ ਦੀ ਬਣਤਰ ਤੇ ਬੁਣਤਰ ਨੂੰ ਦੇਖਦਾ ਤਾਂ ਅਸੀਂ ਦੇਖਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਜੇ ਨਗਰ ਵਸਾਇਆ ਤੇ ਉਹ ਰਾਵੀ ਦਰਿਆ ਦੇ ਕੰਢੇ ਤੇ, ਗੁਰੂ ਅੰਗਦ ਪਾਤਸ਼ਾਹ ਖਡੂਰ ਸਾਹਿਬ ਗਏ ਨੇ ਬਿਆਸ ਦਰਿਆ ਦੇ ਕੰਢੇ ਤੇ, ਫਿਰ ਆਨੰਦਪੁਰ ਸਾਹਿਬ ਚਲੇ ਜਾਂਦੇ ਆਪਾਂ, ਉਹ ਸਤਲੁਜ ਦਰਿਆ ਦੇ ਕੰਢੇ ਤੇ। ਰੀਕਨੈਕਟ ਕਿਵੇਂ ਕਰਨਾ ਹੁੰਦਾ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਗਰ ਵਸਾਉਂਦੇ ਨੇ ਉਹ ਗੋਦਾਵਰੀ ਦੇ ਕੰਢੇ ਤੇ। ਸੋ ਕੁਦਰਤ ਦੇ ਨਾਲ, ਜਾਂ ਪਾਉਂਟਾ ਸਾਹਿਬ ਜਦੋਂ ਨਗਰ ਵਸਾਉਂਦੇ ਨੇ ਉੱਥੇ ਵੀ ਉਹ ਦਰਿਆ ਦੇ ਕੰਢੇ ਤੇ। ਉਹ ਕੀ ਕਿ ਜਿਹੜਾ ਸਿੱਖੀ ਦਾ ਸਿਧਾਂਤ ਪਵਨ ਗੁਰੂ ਪਾਣੀ ਪਿਤਾ ਕੁਦਰਤ ਨੂੰ ਕਿਵੇਂ ਨਾਲ ਲੈ ਕੇ ਚੱਲ ਰਹੇ ਨੇ, ਜੋ ਕਿ ਅੱਜ ਸਮਾਜ ਨੂੰ ਇਹ ਸਿਧਾਂਤ ਦੇ ਉੱਤੇ ਦੁਬਾਰਾ ਚੱਲਣ ਦੀ ਲੋੜ ਆ, ਜਿਸ ਨੂੰ ਕਿ ਤੁਸੀਂ ਬਾਖੂਬੀ ਵਰਣਨ ਕੀਤਾ। ਦੂਸਰਾ ਜਿਹੜਾ ਕਿ ਤੁਸੀਂ ਬੜਾ ਸਾਨੂੰ ਸੁੰਦਰ ਲਫ਼ਜ਼ਾਂ ਦੇ ਨਾਲ ਦੱਸਿਆ ਕਿ ਗੁਰੂ ਨਾਨਕ ਪਾਤਸ਼ਾਹ ਵਾਦ ਤੇ ਵਿਵਾਦ ਚ ਨਹੀਂ ਪੈਂਦੇ, ਉਹ ਸੰਵਾਦ ਚ ਪੈਂਦੇ। ਵਾਦ ਵਿਵਾਦ ਉਹਨਾਂ ਦਾ ਹਿੱਸਾ ਨਹੀਂ। ਜਿਵੇਂ ਕਿ ਇੰਟਰਨੈਸ਼ਨਲ ਤੌਰ ਦੇ ਉੱਤੇ ਇਹ ਸਲੋਗਨ ਬਹੁਤ ਪ੍ਰਸਿੱਧ ਹੋ ਚੁੱਕਾ ਕਿ ਨੋ ਪੀਸ ਵਿਦਾਊਟ ਰਿਲੀਜੀਅਸ ਪੀਸ, ਨੋ ਰਿਲੀਜੀਅਸ ਪੀਸ ਵਿਦਾਊਟ ਇੰਟਰਫੇਥ ਡਾਇਲੋਗ। ਸੋ ਜਿਹੜਾ ਇੰਟਰਫੇਥ ਦਾ ਮਾਡਲ ਆ, ਜਿਹੜਾ ਸਿੱਧ ਗੋਸ਼ ਦਾ ਜਿਸ ਦਾ ਤੁਸੀਂ ਜ਼ਿਕਰ ਕੀਤਾ, ਉਹ ਸਾਨੂੰ ਸਾਰਿਆਂ ਨੂੰ ਅਪਣਾਉਣਾ ਚਾਹੀਦਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਨੂੰ ਇਹ ਜਿਹੜੇ ਕੀਮਤੀ ਵਿਚਾਰ ਜਿਹੜੇ ਸਾਨੂੰ ਤੁਸੀਂ ਸਰਵਣ ਕਰਾਏ। ਸੋ ਮੈਂ ਹੁਣ ਡਾਕਟਰ ਰੋਹਿਤ ਕੁਮਾਰ ਜੀ ਨੂੰ ਰਿਕੁਐਸਟ ਕਰਾਂਗਾ ਕਿ ਡਾਕਟਰ ਰੋਹਿਤ, ਤੁਸੀਂ ਸਾਰੇ ਹੀ ਸਰੋਤਿਆਂ ਦਾ ਤੇ ਵਿਦਵਾਨ ਜਿਹੜੇ ਸਾਡੇ ਗਰੇਵਾਲ ਸਾਹਿਬ, ਹੋਰ ਸਾਡੇ ਰਜਿਸਟਰ ਸਾਹਿਬ, ਵੀਸੀ ਸਾਹਿਬ, ਡਾਕਟਰ ਮੈਮ, ਸਾਰਿਆਂ ਦਾ ਧੰਨਵਾਦ ਕਰ। ਡਾਕਟਰ ਰੋਹਿਤ। ਧੰਨਵਾਦ ਸੁਖਦੇਵ ਜੀ। ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 7 ਰੋਜ਼ਾ ਆਨਲਾਈਨ ਲੈਕਚਰ ਸੀਰੀਜ਼ ਦੇ ਦੂਸਰੇ ਦਿਨ ਦੇ ਪ੍ਰਮੁੱਖ ਵਕਤਾ ਮਾਨਯੋਗ ਸਰਦਾਰ ਅਮਰਜੀਤ ਸਿੰਘ ਗਰੇਵਾਲ ਜੀ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਉਹਨਾਂ ਦੇ ਬਹੁਮੁੱਲੇ ਵਚਨਾਂ, ਚਿੰਤਨਾਂ, ਵਿਚਾਰਾਂ ਨਾਲ ਅਸੀਂ ਬਹੁਤ ਕੁਝ ਸਿੱਖਿਆ ਹੈ। ਅਸੀਂ ਹਮੇਸ਼ਾ ਇਹਨਾਂ ਨੂੰ ਯਾਦ ਕਰਾਂਗੇ, ਇਹਨਾਂ ਦੀਆਂ ਸੇਵਾਵਾਂ ਲਵਾਂਗੇ। ਮੈਂ ਮਾਨਯੋਗ ਵਾਈਸ ਚਾਂਸਲਰ ਸਾਹਿਬ ਪ੍ਰੋਫੈਸਰ ਕਰਮਜੀਤ ਸਿੰਘ ਜੀ ਦਾ, ਉਹਨਾਂ ਦੀ ਪ੍ਰੇਰਨਾ, ਉਦਮਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਉਹਨਾਂ ਸਦਕਾ ਹੀ ਅਸੀਂ ਇਹ ਲੈਕਚਰ ਸੀਰੀਜ਼ ਨੂੰ ਆਰੰਭ ਕਰ ਸਕੇ ਹਾਂ। ਵਾਈਸ ਚਾਂਸਲਰ ਸਾਹਿਬ ਹਮੇਸ਼ਾ ਹੀ ਹਰ ਕਿਸੇ ਨੂੰ ਪ੍ਰੇਰਨਾ ਦਿੰਦੇ ਹਨ, ਇਨਕਰੇਜ ਕਰਦੇ ਹਨ ਕਿ ਉਹ ਵੱਧ ਤੋਂ ਵੱਧ ਇਹਨਾਂ ਗਤੀਵਿਧੀਆਂ ਨੂੰ ਜਾਰੀ ਰੱਖਣ। ਮੈਂ ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਅਨੀਤਾ ਗਿੱਲ ਜੀ, ਰਜਿਸਟਰਾਰ ਸਾਹਿਬ ਡਾਕਟਰ ਧਰਮ ਸਿੰਘ ਜੀ, ਪ੍ਰੋਫੈਸਰ GS ਬੱਤਰਾ ਜੀ, ਡਾਇਰੈਕਟਰ ਪਲੈਨਿੰਗ ਐਂਡ ਮੋਨੀਟਰਿੰਗ ਪ੍ਰੋਫੈਸਰ LS ਬੇਦੀ ਜੀ, ਕੰਟਰੋਲਰ ਗੁਪਤਾ ਜੀ, ਸੈਕਟਰੀ ਟੂ ਵਾਈਸ ਚਾਂਸਲਰ ਡਾਕਟਰ ਅਮਰਜੀਤ ਸਿੰਘ ਜੀ, ਪ੍ਰੋਫੈਸਰ ਸੁਖਦੇਵ ਸਿੰਘ ਜੀ ਅਤੇ ਸਾਰੇ ਫੈਕਲਟੀ ਮੈਂਬਰਸ, ਸਟਾਫ ਅਤੇ ਸਾਰੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਆਪਣਾ ਵਡਮੁੱਲਾ ਸਮਾਂ ਕੱਢਿਆ। ਸਾਨੂੰ ਹਮੇਸ਼ਾ ਉਹਨਾਂ ਨੇ ਹੱਲਾਸ਼ੇਰੀ ਦਿੱਤੀ। ਉਹਨਾਂ ਦੇ ਸਾਥ ਦੀ ਅਸੀਂ ਭਵਿੱਖ ਵਿੱਚ ਵੀ ਉਮੀਦ ਕਰਾਂਗੇ। ਮੈਂ ਉਮੀਦ ਕਰਦਾ ਹਾਂ ਕਿ ਜਿਸ ਤਰ੍ਹਾਂ ਸਾਰਿਆਂ ਨੇ ਅੱਜ ਬੜੇ ਵਧੀਆ ਢੰਗ ਨਾਲ ਆਪਣਾ ਯੋਗਦਾਨ ਪਾਇਆ ਹੈ, ਇਸੇ ਤਰ੍ਹਾਂ ਹੀ ਸਾਰੇ ਆਉਣ ਵਾਲੇ ਸਮੇਂ ਵਿੱਚ ਵੀ ਯੋਗਦਾਨ ਪਾਣਗੇ। ਮੈਂ ਇੱਕ ਵਾਰ ਫੇਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਸਪੈਸ਼ਲੀ ਤੌਰ ਤੇ ਮਾਨਯੋਗ ਸਰਦਾਰ ਅਮਰਜੀਤ ਸਿੰਘ ਗਰੇਵਾਲ ਜੀ ਦਾ, ਜਿਨ੍ਹਾਂ ਦੇ ਬਹੁਮੁੱਲੇ ਵਚਨਾਂ ਦਾ ਅਸੀਂ ਮੁੱਲ ਨਹੀਂ ਚੁਕਾ ਸਕਦੇ। ਸਰ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਸਰ।
ਅਸੀਂ ਗਰਲ ਸਾਹਿਬ ਇਸੇ ਤਰ੍ਹਾਂ ਤੁਹਾਡੀਆਂ ਅੱਗੇ ਵੀ ਸੇਵਾਵਾਂ ਲੈਂਦੇ ਰਹਾਂਗੇ ਜੀ, ਸਮੇਂ ਸਮੇਂ ਤੇ ਤੁਹਾਨੂੰ ਬੁਲਾਉਂਦੇ ਰਹਾਂਗੇ। ਧੰਨਵਾਦ ਸਰ।